ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸਾਬਕਾ ਆਈਏਐਸ ਅਫਸਰ ਸਰਦਾਰ ਗੁਰਤੇਜ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਖੇਤੀ ਕਾਨੂੰਨਾਂ ਦੇ ਵਿਚਾਲੇ ਇੱਕ ਹੋਰ ਖਬਰ ਦੀ ਚਰਚਾ ਹੋ ਰਹੀ ਹੈ ਕਿ ਸਰਕਾਰ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਜਿਹੜੀ ਅਗਲੀ ਫਸਲ ਦੀ ਰਕਮ ਮਿਲਣੀ ਹੈ ਉਹ ਸਿੱਧੀ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣੀ ਹੈ। ਇਹਦਾ ਅਸਰ ਕੀ ਪੈਣਾ, ਕਿਸ ਤਰ੍ਹਾਂ ਦੇ ਪ੍ਰਭਾਵ ਹੋਣਗੇ। ਦੂਜੀ ਗੱਲ ਇਹ ਕਿ ਇਹਦੇ ਨਾਲ ਆੜਤੀਆਂ ਦੇ ਵਿੱਚ ਕਿਸ ਤਰ੍ਹਾਂ ਫਰਕ ਪੈਣਾ, ਆਮ ਛੋਟੇ ਕਿਸਾਨ ਨੂੰ ਕਿੱਦਾਂ ਨੁਕਸਾਨ ਹੋਣਾ, ਉਹਦੇ ਉੱਤੇ ਗੱਲਬਾਤ ਕਰਾਂਗੇ। ਦੂਜਾ ਇਹ ਕਿ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਸ ਸਭ ਦੇ ਵਿਚਾਲੇ ਅਗਲੀਆਂ ਸੰਭਾਵਨਾਵਾਂ ਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ, ਨੌਜਵਾਨਾਂ ਦੇ ਰੋਲ ਨੂੰ ਕਿੱਦਾਂ ਦੇਖਿਆ ਜਾ ਸਕਦਾ ਹੈ, ਜਾਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਸਭ ਦੇ ਉੱਤੇ ਕੀ ਕੁਝ ਕੀਤਾ ਜਾ ਰਿਹਾ ਉਸ ਉੱਤੇ ਵੀ ਚਰਚਾ ਕਰਾਂਗੇ। ਗੁਰਤੇਜ ਸਿੰਘ ਜੀ, ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ ਪੰਜਾਬੀ ਤੇ। ਥੈਂਕ ਯੂ ਵੈਰੀ ਮਚ ਜੀ ਸਰ, ਮੈਂ ਜਿਸ ਤਰੀਕੇ ਨਾਲ ਕਹਿ ਰਿਹਾ ਸੀ ਕਿ ਸਰਕਾਰ ਨੇ ਜਿਹੜਾ ਕਿਹਾ ਹੈ ਕਿ ਸਿੱਧਾ ਖਾਤਿਆਂ ਦੇ ਵਿੱਚ ਰਕਮ ਜਾਣੀ ਹੈ, ਅਗਲੀ ਫਸਲ ਦੀ ਤਿਆਰੀ ਕਰ ਲਓ, ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਕਿਸ ਪੱਧਰ ਤੱਕ ਨੁਕਸਾਨ ਹੋ ਸਕਦਾ? ਦੇਖੋ, ਗੱਲ ਇਹ ਹੈਗੀ ਕਿ ਹੁਣ ਇੱਕ ਵਿਸ਼ਵਾਸ ਬਣਿਆ ਹੋਇਆ ਲੋਕਾਂ ਦਾ ਆਪਸ ਦੇ ਵਿੱਚ ਆੜਤੀਆਂ ਦੇ ਨਾਲ। ਜੀ, ਕਈ ਲੋਕ ਹੋਣਗੇ ਜਿਹੜੇ ਆੜਤੀਆਂ ਨੂੰ ਧੋਖਾ ਦੇ ਦੇਣਗੇ, ਉਹਨਾਂ ਦੇ ਕੋਲ ਪੈਸੇ ਪਹੁੰਚ ਜਾਣਗੇ, ਉਹ ਦੇਣਗੇ ਨਹੀਂ ਉਹਨਾਂ ਨੂੰ, ਤੇ ਇਹ ਇੱਕ ਝਗੜੇ ਵਧਾਉਣ ਵਾਲੀ ਗੱਲ ਹੈ। ਉਸ ਤੋਂ ਇਲਾਵਾ ਬਹੁਤ ਸਾਰੀ ਜ਼ਮੀਨ ਅੱਜ ਕੱਲ੍ਹ ਲੋਕ ਆਪ ਖੇਤੀ ਨਹੀਂ ਕਰਦੇ, ਉਹ ਲੋਕ ਦੂਸਰਿਆਂ ਨੂੰ ਠੇਕੇ ਤੇ ਦੇ ਦਿੰਦੇ ਨੇ। ਬਿਲਕੁਲ। ਠੇਕੇ ਵਾਲਾ ਜਿਹੜਾ ਹੋਏਗਾ ਉਹ ਕਿਸ ਤਰ੍ਹਾਂ ਦਿਖਾਏਗਾ ਉਸ ਨੂੰ ਕਿ ਉਸਨੇ ਕਿੰਨੀ ਖੇਤੀ ਕੀਤੀ ਹੈ। ਜੇ ਉਹ ਪੂਰੀ ਦੀ ਪੂਰੀ ਦਿਖਾਏਗਾ ਤੇ ਉਸ ਦੇ ਨਾਂ ਦੇ ਉੱਤੇ ਉਹ ਜ਼ਮੀਨ ਨਹੀਂ ਹੋਏਗੀ, ਉਹ ਕਿਸ ਤਰ੍ਹਾਂ ਐਡਜਸਟ ਕਰੇਗਾ ਉਸ ਨੂੰ? ਜੀ ਜੀ। ਫਿਰ ਜਿਹੜਾ ਜੇ ਜ਼ਿਆਦਾ ਦਿਖਾਏਗਾ, ਉਹ ਹੁਣ ਕਈ ਲੋਕ ਹਨ ਕਿ ਜਿਹੜੇ 200-250 ਕਿੱਲਾ ਲੈ ਕੇ ਠੇਕੇ ਤੇ ਖੇਤੀ ਕਰ ਰਹੇ ਨੇ। ਜੀ ਜੀ, ਬਿਲਕੁਲ। ਉਹ ਇੰਨੀ ਖੇਤੀ ਦੀ ਉਪਜ ਦਿਖਾਉਣਗੇ, ਫਿਰ ਉਹਨਾਂ ਨੂੰ ਇਨਕਮ ਟੈਕਸ ਲੱਗੇਗਾ, ਕਹਿਣਗੇ ਜੀ ਇਹ ਇਨਕਮ ਟੈਕਸ ਹੁਣ ਲੱਗਣਾ। ਹੁਣ ਅਗਲੀ ਵਾਰੀ ਉਸਦੇ ਕੋਲੇ ਉਹ ਠੇਕੇ ਤੇ ਨਾ ਲਵੇ, ਉਹਦੇ ਕੋਲ ਕੁਝ ਵੀ ਨਾ ਹੋਵੇ, ਤਾਂ ਫਿਰ ਇਨਕਮ ਟੈਕਸ ਵਾਲੇ ਪੁੱਛਣਗੇ ਵੀ ਉਹ ਤੂੰ ਪਿਛਲੇ ਸਾਲ ਇੰਨਾ ਦਿੱਤਾ ਸੀ, ਐਤਕੀ ਵਾਰੀ ਕਿਉਂ ਨਹੀਂ ਹੈ ਤੇਰਾ, ਤੂੰ ਹੁਣ ਟੈਕਸ ਰਿਟਰਨ ਕਿਉਂ ਨਹੀਂ ਭਰੀ? ਟੈਕਸ ਰਿਟਰਨ ਭਰਨਾ ਇੱਕ ਬਹੁਤ ਵੱਡਾ, ਇਹ ਜ਼ਿਮੀਂਦਾਰ ਵਾਸਤੇ, ਆਮ ਆਦਮੀ ਵਾਸਤੇ ਬੜਾ ਵੱਡਾ ਕਦੀਆ ਹੋ ਜਾਂਦਾ ਹੈ। ਬਿਲਕੁਲ ਬਿਲਕੁਲ। ਗੱਲ ਪੈ ਜਾਏਗਾ। ਇਸ ਤੋਂ ਇਲਾਵਾ ਜਿਹੜਾ ਤੁਹਾਡੇ ਕੋਲੇ ਪਹਿਲਾਂ ਵੀ ਪੈਸੇ ਦੀ ਤਾਂ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਹੈ ਨਹੀਂ ਵੀ ਜ਼ਿਮੀਂਦਾਰਾਂ ਨੂੰ ਪੈਸੇ ਨਹੀਂ ਮਿਲ ਰਹੇ। ਜਿੰਨੀ ਫਸਲ ਉਹ ਵੇਚ ਰਹੇ ਆ ਉਸ ਤੇ ਪੈਸੇ ਉਹਨਾਂ ਨੂੰ ਬਕਾਇਦਾ ਮਿਲ ਰਹੇ ਨੇ, ਔਰ ਉਹਦੇ ਵਿੱਚੋਂ ਜਿਹੜਾ ਸਟੇਟ ਨੂੰ ਆਪਣੀ ਇਨਕਮ ਆਉਣੀ ਹੈ, ਮੰਡੀ ਬੋਰਡ ਜਿਹਦੇ ਉੱਤੇ ਚੱਲਦਾ ਹੈ ਔਰ ਸੜਕਾਂ ਵਗੈਰਾ ਬਣਦੀਆਂ, ਉਹ ਵੀ ਇਨਕਮ ਉਸ ਨੂੰ ਸਟੇਟ ਨੂੰ ਆਉਂਦੀ ਰਹਿੰਦੀ ਹੈ। ਸੋ ਇਹ ਆਲਰੇਡੀ ਰੈਗੂਲੇਟਡ ਹੈ, ਔਰ ਇਹਦੇ ਵਿੱਚ ਕੋਈ ਥੋੜੀ ਬਹੁਤ ਅਗਾਂਹ ਪਿਛਾਂਹ ਹੋ ਜਾਂਦਾ ਹੈ। ਇਹ ਪੇਮੈਂਟ ਦੀ ਕੋਈ ਤਕਲੀਫ ਅੱਜ ਤੱਕ ਕਦੇ ਕਿਸੇ ਨੂੰ ਹੋਈ ਨਹੀਂ। ਤੇ ਇਸ ਨੂੰ ਜੇ ਹੁਣ ਤੁਸੀਂ ਕਹਿ ਦਿਓ ਕਿ ਵੀ ਸਿੱਧੇ ਆ ਜਾਣਗੇ ਤਾਂ ਟੇਢੇ ਆਉਂਦੇ ਵੀ ਸਾਨੂੰ ਕੋਈ ਮੁਸ਼ਕਲ ਨਹੀਂ ਸੀ ਜ਼ਿਮੀਂਦਾਰਾਂ ਨੂੰ, ਤੇ ਹੁਣ ਸਿੱਧੇ ਆ ਜਾਣਗੇ ਤੇ ਫਿਰ ਉਹਦੇ 'ਚ ਕੀ ਹੋਣਾ? ਸਿਰਫ ਇੰਨਾ ਹੀ ਹੈ ਕਿ ਲਿਟੀਗੇਸ਼ਨ ਵੱਧ ਜਾਏਗੀ, ਵਕੀਲਾਂ ਦੀ ਪੌਂ 12 ਹੋ ਜਾਣੀ ਹੈ। ਬਿਲਕੁਲ ਬਿਲਕੁਲ। ਮੁੱਕਰ ਗਿਆ, ਕਿਸੇ ਨੇ ਵੱਧ ਕਲੇਮ ਕਰ ਲਏ, ਕਿਸੇ ਨੇ ਕਿਸ ਤਰ੍ਹਾਂ, ਤਾਂ ਇਹੋ ਜਿਹੇ ਕਜੀਏ ਦੇ ਵਿੱਚ ਇੱਕ ਹੋਰ ਕਿਸਾਨ ਫਸ ਜਾਏਗਾ। ਬਿਲਕੁਲ ਬਿਲਕੁਲ। ਇਸ ਤੋਂ ਇਲਾਵਾ ਕੋਈ ਖਾਸ ਫਾਇਦਾ ਨਹੀਂ। ਜੀ ਜੀ, ਬਿਲਕੁਲ। ਗੁਰਤੇਜ ਸਿੰਘ ਜੀ, ਇਹਦੇ ਵਿੱਚ ਆੜਤੀਆਂ ਦਾ ਜਿਹੜਾ ਵੱਡਾ ਰੋਲ, ਕਿਸਾਨਾਂ ਤੇ ਆੜਤੀਆਂ ਦਾ ਇੱਕ ਰਿਸ਼ਤਾ ਜਿਹੜਾ ਹੁੰਦਾ ਪਰਿਵਾਰਕ ਟਾਈਪ ਦਾ ਹੋ ਜਾਂਦਾ। ਜਦੋਂ ਮਾੜੀ ਮੋਟੀ ਕਿਤੇ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਕਿਸਾਨ ਜਿਹੜੇ ਨੇ ਆੜਤੀਆਂ ਤੱਕ ਪਹੁੰਚ ਕਰਦੇ ਨੇ। ਸਰਕਾਰ ਸ਼ੁਰੂ ਤੋਂ ਕਹਿੰਦੀ ਆਈ ਹੈ ਕਿ ਅਸੀਂ ਵਿਚੋਲਿਆਂ ਨੂੰ ਖਤਮ ਕਰਨਾ ਹੈ, ਆੜਤੀਆਂ ਨੂੰ ਨਿਸ਼ਾਨੇ ਤੇ ਲਿਆ ਜਾਂਦਾ। ਆੜਤੀਆਂ ਤੱਕ ਕਿੱਦਾਂ ਪ੍ਰਭਾਵ ਪਏਗਾ? ਦੇਖੋ, ਆੜਤੀ ਅੱਜ ਕੱਲ੍ਹ ਤਾਂ ਆੜਤੀਆਂ ਦੀ ਆਪਸੀ ਰਿਲੇਸ਼ਨਸ਼ਿਪ ਬਹੁਤ ਅੱਛੀ ਹੈ ਲੋਕਾਂ ਦੇ ਨਾਲ। ਉਹਨਾਂ ਕੋਲੋਂ ਪੈਸੇ ਲੈਂਦੇ ਨੇ, ਸਮੇਂ ਤੇ ਲੈਂਦੇ ਰਹਿੰਦੇ ਨੇ, ਕਦੇ ਮੁਸ਼ਕਲ ਆਈ ਉਸ ਵੇਲੇ ਲੈ ਲੈਂਦੇ ਨੇ, ਤੇ ਫਿਰ ਫਸਲ ਆਉਣ ਤੇ ਉਹਨਾਂ ਨੂੰ ਵਾਪਸ ਕਰ ਦਿੰਦੇ ਨੇ। ਹੁਣ ਇਹ ਜਿਹੜਾ ਹੈ, ਇਹ ਥੋੜੇ ਜਿਹੇ ਕੁਝ ਲੋਕ ਹੋਣਗੇ ਜਿਨ੍ਹਾਂ ਦਾ ਇਤਬਾਰ ਨਹੀਂ ਹੋਏਗਾ, ਤਾਂ ਜਾਂ ਜਿਹੜੇ ਵਾਪਸ ਨਹੀਂ, ਜਿਨ੍ਹਾਂ ਦਾ ਸ਼ੱਕ ਹੋਏਗਾ ਕਿ ਵਾਪਸ ਨਹੀਂ ਕਰਨਗੇ, ਤਾਂ ਉਹ ਜਿਹੇ ਲੋਕਾਂ ਨੂੰ ਪੈਸੇ ਮਿਲਣੇ ਬੰਦ ਹੋ ਜਾਣਗੇ। ਆੜਤੀ ਦੇ ਨਹੀਂ ਸਕਣਗੇ ਕਿਉਂਕਿ ਪੈਸੇ ਉਹਨਾਂ ਕੋਲੇ ਆਉਣੇ ਨਹੀਂ, ਉਹਨਾਂ ਦੇ ਕੰਟਰੋਲ ਦੇ ਵਿੱਚ ਗੱਲ ਰਹਿਣੀ ਨਹੀਂ। ਤਾਂ ਇਹ ਸਾਰੀਆਂ ਮੁਸ਼ਕਲਾਂ ਆਉਣਗੀਆਂ, ਆੜਤੀਆਂ ਦੇ ਨਾਲ ਰਿਲੇਸ਼ਨਸ ਵਿਗੜਨਗੇ। ਔਰ ਇਸੇ ਕਰਕੇ ਮੈਂ ਕਹਿ ਰਿਹਾ ਕਿ ਇਹ ਜਿਹੜਾ ਕਾਨੂੰਨ ਹੈ ਕਿ ਰਿਕਵਰ ਕਰਨ ਦਾ, ਇਸ ਨੂੰ ਵਰਤਣ ਵਾਸਤੇ ਵਕੀਲਾਂ ਦੇ ਨੂੰ ਥੋੜਾ ਜਿਹਾ ਫਾਇਦਾ ਹੋਏਗਾ। ਬਿਲਕੁਲ ਬਿਲਕੁਲ ਬਿਲਕੁਲ। ਇਸ ਤੋਂ ਇਲਾਵਾ ਇਹ ਕਾਨੂੰਨ ਇਸ ਤਰ੍ਹਾਂ ਦਾ ਹੈ
ਮੈਨੂੰ ਤਾਂ ਇਸ ਦਾ ਐਕਸਪੀਰੀਅੰਸ ਹੈ। ਇੱਕ ਸਾਡੇ ਫੈਮਿਲੀ ਮੈਂਬਰ ਨੇ ਕਿਸੇ ਕੋਲੋਂ ਪੈਸੇ ਲੈਣੇ ਸੀ ਜੀ। ਔਰ ਉਸ ਦੇ ਵਿੱਚ ਪਿੱਛੇ ਫਾਸਟ ਟਰੈਕ ਅਦਾਲਤਾਂ ਬਣ ਗਈਆਂ, ਇਹ ਹੋ ਗਿਆ, ਉਹ ਹੋ ਗਿਆ, ਲੇਕਿਨ ਹੂੰ। ਉਹ ਜਿਹੜਾ ਕਾਨੂੰਨ ਸੀ ਉਸੇ ਤਰ੍ਹਾਂ ਹੀ ਜੂੰ ਦੀ ਚਾਲ ਲਾਗੂ ਹੁੰਦਾ ਆਇਆ ਤੇ ਜਿੰਨੇ ਪੈਸੇ ਉਸਨੇ ਉਹਦੇ ਕੋਲੋਂ ਲੈਣੇ ਸੀ ਉਸ ਤੋਂ ਵੱਧ ਕਰਜ਼ੇ ਦਾ ਵਿਆਜ ਦੇ ਦਿੱਤਾ ਤੇ ਲੇਕਿਨ ਉਹ ਪੈਸੇ ਅਖੀਰ ਦੇ ਵਿੱਚ ਜਾ ਕੇ ਉਸਨੂੰ ਪੂਰੇ ਸੂਰੇ ਬੜੀ ਮੁਸ਼ਕਲ ਨਾਲ ਮਿਲੇ। ਤਾਂ ਬਿਲਕੁਲ। ਬਹੁਤੇ ਲੋਕਾਂ ਨੂੰ ਇਹ ਮਿਲਦੇ ਵੀ ਨਹੀਂ। ਸੋ ਇਹ ਜੀ। ਸਾਰੇ ਝਗੜੇ ਨਵੇਂ ਪੈ ਜਾਣਗੇ ਪੰਜਾਬ ਦੇ ਵਿੱਚ, ਆੜ੍ਹਤੀਆਂ ਦੇ ਵਿੱਚ ਤੇ ਜ਼ਿਮੀਂਦਾਰਾਂ ਦੇ ਵਿੱਚ। ਇਹ ਹੂੰ। ਫਿਰ ਇੱਕ ਇਸ ਜਿਹੜੀ ਫਿਜ਼ਾ ਹੈਗੀ ਪੰਜਾਬ ਦੀ, ਇਸ ਦੇ ਵਿੱਚ ਇੱਕ ਹੋਰ ਸਿਰ ਦਾ ਟਕਲਾ ਗੱਡਿਆ ਜਾਏਗਾ। ਬਿਲਕੁਲ ਬਿਲਕੁਲ। ਅੱਛਾ, ਦੂਜੀ ਗੱਲ ਇਹਦੇ ਵਿੱਚ ਇਹ ਹੈ ਕਿ ਇਹ ਸਾਰੀਆਂ ਗੱਲਾਂ ਆਮ ਕਿਸਾਨ ਨੂੰ ਵੀ ਪਤਾ ਨੇ ਕਿ ਸਾਨੂੰ ਕਿੱਥੇ ਇਫੈਕਟ ਪੈਂਦਾ, ਕਿੱਥੇ ਸਾਨੂੰ ਮਾਰ ਵੱਜਦੀ ਆ। ਇਹ ਚੀਜ਼ਾਂ ਜਿਹੜੀਆਂ ਅਫਸਰਸ਼ਾਹੀ ਜਿਹੜੇ ਇਹ ਪਾਲਿਸੀਆਂ ਬਣਾਉਂਦੇ ਨੇ ਉਹ ਇਹ ਚੀਜ਼ਾਂ ਸਮਝਦੇ ਨੇ ਜਾਂ ਫਿਰ ਜਾਣਬੁੱਝ ਕੇ ਸਮਝਣਾ ਨਹੀਂ ਚਾਹੁੰਦੇ ਇਹਨਾਂ ਚੀਜ਼ਾਂ ਨੂੰ ਕਿ ਆਹ ਇੱਥੇ ਮੁਸ਼ਕਲਾਂ ਆ ਰਹੀਆਂ, ਉਹ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਸਾਹਮਣੇ ਲਿਆ ਕੇ ਰੱਖਦੇ। ਇਹਦੇ ਨਾਲ ਜਿਸ ਤਰ੍ਹਾਂ ਦਾ ਤੁਸੀਂ ਕਹਿ ਰਹੇ ਹੋ ਇੱਕ ਵੱਡਾ ਖਲਾਰਾ ਪੈ ਜਾਣਾ। ਫਿਰ ਦੇਖੋ, ਗੱਲ ਇਹ ਹੈਗੀ ਸੁਖਵਿੰਦਰ ਜੀ, ਇਹਨਾਂ ਲੋਕਾਂ ਦੇ ਮਕਸਦ ਹੋਰ ਜਾਪਦੇ ਨੇ। ਬਿਲਕੁਲ। ਤਾਂ ਅਫਸਰਸ਼ਾਹੀ ਆਪਾਂ ਹੁਣ ਅੱਜ ਕੱਲ੍ਹ ਬਾਬੂਸ਼ਾਹੀ ਕਹਿੰਦੇ ਆ, ਲੋਕ ਕਹਿੰਦੇ ਆ ਜੀ ਇਹ ਇਸ ਤਰ੍ਹਾਂ ਕਰਦੇ ਆ, ਲੇਕਿਨ ਮੈਂ ਦੇਖ ਰਿਹਾ ਕਿ ਅੱਜ ਕੱਲ੍ਹ ਇਹਨਾਂ ਦੇ ਹੱਥ ਦੇ ਵਿੱਚ ਕੁਛ ਵੀ ਨਹੀਂ ਹੈ। ਇਹ ਕੱਖ ਵੀ ਨਹੀਂ ਕਰ ਸਕਦੇ। ਇਹ ਸਿਰਫ ਹੁਕਮ ਮੰਨਦੇ ਆ ਔਰ ਹੁਕਮ ਜੇ ਕੋਈ ਇਹਨਾਂ ਨੂੰ ਗਲਤ ਹੁਕਮ ਮਿਲ ਜਾਏ ਤਾਂ ਉਸ ਨੂੰ ਵੀ ਨਾ ਨਹੀਂ ਕਰ ਸਕਦੇ। ਇੱਥੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੈ ਕਤਲੇਆਮ ਹੋਏ ਨੇ, ਕਿਸੇ ਪੁਲਿਸ ਵਾਲੇ ਨੇ ਕਿਹਾ ਕਿ ਮੈਂ ਨਹੀਂ ਮਾਰਾਂਗਾ, ਇਹ ਮੇਰਾ ਧਰਮ ਨਹੀਂ। ਇੱਥੇ ਪੋਸਟਮਾਰਟਮ ਹੋਏ ਨੇ ਬੋਡੀਜ਼ ਦੇ, ਕਿਸੇ ਨੇ ਕਿਹਾ ਡਾਕਟਰ ਨੇ ਕਿ ਮੈਂ ਗਲਤ ਸਰਟੀਫਿਕੇਟ ਨਹੀਂ ਦੇ ਸਕਦਾ, ਮੈਂ ਜੋ ਦੇਖ ਰਿਹਾ, ਜੋ ਮੈਂ ਐਗਜ਼ਾਮਿਨ ਕਰ ਰਿਹਾ ਮੈਂ ਉਹੀ ਦਿਆਂਗਾ। ਇਹ ਤਾਂ ਸਾਰਾ ਕੁਝ ਪੋਲੀਟੀਕਲ ਹੁੰਦਾ ਹੈ ਤੇ ਬਲੇਮ ਤੁਸੀਂ ਕਿਸੇ ਨੂੰ ਕਰੀ ਜਾਓ। ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਵੀ ਸਮਝਦੇ ਜਾਂ ਨਹੀਂ ਸਮਝਦੇ, ਮੇਰੇ ਖਿਆਲ ਦੇ ਵਿੱਚ ਜ਼ਿਆਦਾ ਸਮਝਦੇ ਨੇ। ਉਹ ਸਮਝਦੇ ਨੇ ਕਿ ਅਸੀਂ ਇਹ ਜਿਵੇਂ ਉਹ ਇੱਕ ਗਾਣਾ ਹੁੰਦਾ ਸੀਗਾ ਕਿ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ। ਉਹਨਾਂ ਨੇ ਨਿਗਾਹ ਤਾਂ ਇਸ ਚੀਜ਼ ਦੇ ਉੱਤੇ ਰੱਖੀ ਹੋਈ ਹੈ, ਲੇਕਿਨ ਨਿਸ਼ਾਨਾ ਉਹਨਾਂ ਦਾ ਅਲਟੀਮੇਟ ਇਹ ਹੈ ਵੀ ਇਹਨਾਂ ਲੋਕਾਂ ਨੂੰ ਗੁਲਾਮ ਕਰ ਲੈਣਾ ਔਰ ਉਸ ਦੇ ਉੱਤੇ ਉਹ ਪਰਪੱਕ ਚਲੇ ਆਉਂਦੇ ਆ, ਕੋਈ ਕਦਮ ਨਹੀਂ ਥੜਕਦਾ। ਸੋ ਇਸ ਵਾਸਤੇ ਆਪਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆ ਰਹੀ, ਲੇਕਿਨ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਮਝ ਪੂਰੀ ਆਈ ਹੋਈ ਹੈ ਤੇ ਉਹ ਜਿਹੜਾ ਆਪਣਾ ਨਿਸ਼ਾਨਾ ਉਸ ਨੂੰ ਪਰਸੂ ਕਰ ਰਹੇ ਆ ਬਿਨਾਂ ਕਿਸੇ ਵੀ ਦੇਰੀ ਦੇ ਜਾਂ ਭੇਦਭਾਵ ਦੇ। ਆਪਣੇ ਨਿਸ਼ਾਨੇ ਦੇ ਉੱਤੇ ਸਿੱਧੇ ਤੁਰੇ ਜਾ ਰਹੇ ਆ। ਜੀ ਬਿਲਕੁਲ ਬਿਲਕੁਲ। ਅੱਛਾ ਗੁਰਤੇਜ ਸਿੰਘ ਜੀ, ਹੋਰ ਇਹਦੇ ਵਿੱਚ ਥੋੜਾ ਜਿਹਾ ਆਪਾਂ ਅੱਗੇ ਚੱਲਦੇ ਹਾਂ ਕਿ ਸਰਕਾਰ ਦੇ ਕੋਲੋਂ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਬੀਜੇਪੀ ਤੋਂ ਜਾਂ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਸਵਾਲ ਹੋ ਜਾਵੇ ਕਿ ਤੁਸੀਂ ਖੇਤੀ ਕਾਨੂੰਨ ਲਿਆਉਣ ਦੇ ਵਿੱਚ ਆਖਰਕਾਰ ਇੱਕ ਤਾਂ ਕਾਹਲੀ ਕਿਉਂ ਇੰਨੀ ਚੁੱਕੀ, ਦੂਜਾ ਤੁਹਾਨੂੰ ਜ਼ਰੂਰਤ ਕੀ ਪੈ ਗਈ, ਤਾਂ ਉਹ ਕਹਿ ਦਿੰਦੇ ਨੇ ਕਿ ਜੇ ਅਸੀਂ ਨਾ ਲਿਆਉਂਦੇ ਤਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਵੀ ਇਹ ਚਾਹੁੰਦੀਆਂ ਸੀ ਤਾਂ ਅਗਲੀ ਸਰਕਾਰ ਲੈ ਆਉਂਦੀ, ਅਸੀਂ ਨਾ ਲਿਆਉਂਦੇ ਤਾਂ ਉਹ ਲੈ ਆਉਂਦੇ। ਮਤਲਬ ਇਹਦੇ ਵਿੱਚ ਕੀ ਆ, ਪਿਛਲੀਆਂ ਸਰਕਾਰਾਂ ਦਾ ਰੋਲ ਕਿਸ ਤਰ੍ਹਾਂ ਦਾ ਹੈ? ਜੇ ਇਹ ਨਾ ਲਿਆਉਂਦੇ ਤਾਂ ਉਹਨਾਂ ਨੇ ਲਿਆ ਕੇ ਗਲ 'ਚ ਫਾਹ ਪਾ ਦੇਣਾ ਸੀ। ਦੇਖੋ ਹੁਣ ਸੁਖਵਿੰਦਰ ਜੀ, ਇਹ ਤਾਂ ਹੁਣ ਹਰ ਚੀਜ਼ ਦੇ ਬਾਰੇ ਇਹ ਕੁਝ ਕਹਿ ਦਿੰਦੇ ਨੇ ਤੇ ਸਦਾ ਇਹ ਪਿਛਲੇ ਜ਼ਮਾਨੇ ਦੇ ਵਿੱਚ ਹੀ ਰਹਿੰਦੇ ਨੇ ਕਿ ਜੀ ਫਲਾਨਿਆਂ ਨੇ ਇਸ ਤਰ੍ਹਾਂ ਕਰਤਾ, ਫਲਾਣੇ ਵੇਲੇ ਇਸ ਤਰ੍ਹਾਂ ਕਰਤਾ। ਉਹ ਗੱਲਾਂ ਤਾਂ ਹੁਣ ਰੈਲੇਵੈਂਟ ਨਹੀਂ ਰਹੀਆਂ। 6 ਸਾਲਾਂ ਤੋਂ ਇਹਨਾਂ ਦੀ ਸਰਕਾਰ ਹੈ, 7 ਸਾਲਾਂ ਤੋਂ। ਉਸ ਤੋਂ ਪਹਿਲਾਂ ਦੇ ਲੋਕਾਂ ਨੂੰ ਬਲੇਮ ਕਰੀ ਜਾਣਾ ਤਾਂ ਕੋਈ ਵੱਡੀ ਸੂਰਮਗਤੀ ਨਹੀਂ ਹੈਗੀ। ਔਰ ਇਸ ਤੋਂ ਇਲਾਵਾ ਕੀ ਉਹਨਾਂ ਨੇ ਕਰਨਾ ਸੀ, ਕੀ ਉਹਨਾਂ ਦੀ ਮਨਸ਼ਾ ਸੀ, ਕੌਣ ਜਾਣਦਾ ਹੈ। ਔਰ ਉਹਨਾਂ ਦੇ ਜੇ ਉਹਨਾਂ ਨੇ ਲਿਆਉਣੀ ਹੁੰਦੀ ਇਸ ਤਰ੍ਹਾਂ ਦਾ ਕਾਨੂੰਨ ਉਹਨਾਂ ਨੇ ਲਿਆਉਣਾ ਹੁੰਦਾ ਤਾਂ ਉਹਨਾਂ ਨੂੰ ਕਿਸ ਨੇ ਰੋਕਣਾ ਸੀ। ਹੁਣ ਇਹਨਾਂ ਨੇ ਜਿਹੜਾ ਲਿਆਂਦਾ ਹੈ ਇਸ ਵੇਲੇ, ਇਹਨਾਂ ਨੇ ਉਸ ਵੇਲੇ ਲਿਆਂਦਾ ਜਿਸ ਵੇਲੇ ਕਿ ਮੁਲਕ ਦੇ ਉੱਤੇ ਮਹਾਮਾਰੀ ਛਾਈ ਹੋਈ ਹੈ। ਇਹਨਾਂ ਨੂੰ ਭਰੋਸਾ ਸੀ ਕਿ ਲੋਕ ਇਸ ਤੋਂ ਡਰਦੇ ਮਾਰੇ ਕੋਈ ਵੀ ਇਤਰਾਜ਼ ਨਹੀਂ ਕਰਨਗੇ ਔਰ ਕੋਈ ਪ੍ਰੋਟੈਸਟ ਹੋ ਨਹੀਂ ਸਕੇਗੀ, ਵੱਡੀ ਕੋਈ ਮੁਹਿੰਮ ਇਸ ਦੇ ਵਿਰੁੱਧ ਚੱਲ ਨਹੀਂ ਸਕੇਗੀ। ਇਸ ਤਰ੍ਹਾਂ ਦਾ ਐਡਵਾਂਟੇਜ ਲੈ ਕੇ ਇਹਨਾਂ ਨੇ ਇਸ ਕਾਨੂੰਨ ਨੂੰ ਲਿਆਂਦਾ ਹੈ। ਜਿਹੜਾ ਕਾਨੂੰਨ ਹੈ ਹੁਣ ਸਾਰੀਆਂ ਅਮਰੀਕਾ ਦੀਆਂ, ਅੱਜ ਮੈਂ ਦੇਖ ਰਿਹਾ ਸੀ ਕਿ ਅਮਰੀਕਾ ਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਫਾਰਮਰਸ ਦੀਆਂ ਹੋਣਗੀਆਂ ਉਹ ਸਾਰੀਆਂ ਇਹਨਾਂ ਦੀ ਬੈਕ ਦੇ ਉੱਤੇ ਆ ਗਈਆਂ। ਜਰਮਨੀ ਵਾਲੇ ਇਹਨਾਂ ਨੂੰ ਸਪੋਰਟ ਕਰਨ ਲੱਗ ਪਏ ਨੇ। ਇਹ ਸਾਰੀ ਦੁਨੀਆ ਦੇ ਉੱਤੇ ਜਿਸ ਵੇਲੇ ਲਿਆਂਦਾ ਗਿਆ ਹੈ ਤਾਂ ਉਸ ਦਾ ਮਕਸਦ ਇੱਕੋ ਹੀ ਸੀ। ਉਹ ਮਕਸਦ ਸੀ ਕਿ
ਜਿਹੜੇ ਫੈਕਟਰੀ ਵਾਲੇ ਹਨਗੇ ਉਹਨਾਂ ਵਾਸਤੇ ਫ੍ਰੀ ਲੇਬਰ ਜਾਂ ਮਤਲਬ ਬਹੁਤ ਘੱਟ ਕੀਮਤ ਦੇ ਉੱਤੇ ਲੇਬਰ ਫ੍ਰੀ ਕੀਤਾ ਜਾਵੇ, ਤਾਂ ਕਿ ਜੀ ਉਹ ਆ ਕੇ ਜਿਹੜੇ ਜ਼ਿਮੀਂਦਾਰ ਜਿਹੜੇ ਆਪਣਾ ਹਲ ਵਾਹ ਰਹੇ ਨੇ, ਛੋਟੀ ਆਪਣੀ ਕਿਰਸਾਨੀ ਚਲਾ ਰਹੇ ਨੇ, ਉਹ ਜੀ ਉਹਨੂੰ ਛੱਡ ਕੇ ਤੇ ਫੈਕਟਰੀਆਂ ਦੇ ਵਿੱਚ ਆ ਕੇ ਕੰਮ ਕਰਨ। ਹੁਣ ਜੀ ਸਾਡੇ ਮੁਲਕ ਦੇ ਵਿੱਚ ਇਸ ਕਾਨੂੰਨ ਨੂੰ ਲਿਆਂਦੇ ਤੋਂ ਬਿਨਾਂ ਵੀ ਜੀ ਲੋਕ ਤਾਂ ਬੜੇ ਹੀ ਬੇਰੁਜ਼ਗਾਰ ਫਿਰਦੇ ਹੈ, ਔਰ ਉਹਨਾਂ ਨੂੰ ਕੋਈ ਰੁਜ਼ਗਾਰ ਕਿਸੇ ਪਾਸੇ ਨਹੀਂ ਮਿਲ ਰਿਹਾ। ਬਿਲਕੁਲ ਫਿਰ ਬਿਲਕੁਲ ਉਹਨਾਂ ਲੋਕਾਂ ਨੂੰ ਹੁਣ ਦੇਖੋ ਫੈਕਟਰੀ ਦੇ ਵਿੱਚ ਕਈ ਤਾਂ ਫੈਕਟਰੀਆਂ ਹੁੰਦੀਆਂ ਸੀ ਪਹਿਲਾਂ ਸਿੱਧੀਆਂ ਧਾਗੇ ਇਧਰੋਂ ਇਧਰ ਕਰ ਦਿਓ, ਅੱਜ ਕੱਲ ਉਹ ਸੋਫਿਸਟੀਕੇਟਡ ਹੋ ਗਈਆਂ, ਉਹਨਾਂ ਦੇ ਵਿੱਚ ਬਿਲਕੁਲ ਕੰਪਿਊਟਰਸ ਆ ਗਏ, ਉਹਨਾਂ ਦੇ ਵਿੱਚ ਹੋਰ ਕਿਸਮ ਦੇ ਪ੍ਰਕਰਨ ਆ ਗਏ ਜਿਹੜੇ ਕਿ ਚੰਗਾ ਟ੍ਰੇਨ ਆਦਮੀ ਚਲਾ ਸਕਦਾ ਹੈ। ਇਹਨਾਂ ਬਿਲਕੁਲ ਦੇ ਕੋਲ ਟ੍ਰੇਨਿੰਗ ਦੇਣ ਵਾਸਤੇ ਉਹ ਇੰਸਟੀਚਿਊਟ ਹੈ ਨਹੀਂ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਇਸ ਯੋਗ ਬਣਾਇਆ ਜਾ ਸਕੇ ਕਿ ਫੈਕਟਰੀ ਦੇ ਵਿੱਚ ਕੰਮ ਕਰ ਸਕਣ। ਨਾ ਇਹਨਾਂ ਕੋਲ ਫੈਕਟਰੀਆਂ ਹੈਗੀਆਂ। ਸਾਡਾ ਜਿਹੜਾ ਲੇਬਰ ਹੈ ਸਭ ਤੋਂ ਘੱਟ ਪ੍ਰੋਡਕਟਿਵ ਲੇਬਰ ਹੈ, ਯਾਨੀ ਕਿ ਜਿੰਨੇ ਪੈਸੇ ਅਸੀਂ ਤਨਖਾਹ ਦਿੰਦੇ ਹਾਂ ਲੇਬਰ ਨੂੰ, ਉਸ ਦੇ ਹਿਸਾਬ ਨਾਲ ਸਭ ਤੋਂ ਘੱਟ ਉਸ ਦਾ ਪ੍ਰੋਡਕਸ਼ਨ ਹੁੰਦਾ ਹੈ। ਤਾਂ ਉਸ ਬਿਲਕੁਲ ਪ੍ਰੋਡਕਸ਼ਨ ਦੇ ਉੱਤੇ ਉਹ ਪ੍ਰੋਫਿਟੇਬਲ ਨਹੀਂ ਰਹਿੰਦਾ ਜਿਹੜਾ ਸਮਾਨ ਹੈ ਇਹਨਾਂ ਦਾ, ਫਿਰ ਕੰਪੀਟੀਟਿਵ ਨਹੀਂ ਰਹੇਗਾ ਮਾਰਕੀਟ ਦੇ ਵਿੱਚ, ਉਹ ਵੇਚ ਨਹੀਂ ਸਕਣਗੇ, ਫੋਰਨ ਜੀ ਮਾਰਕੀਟ 'ਚ ਵੇਚ ਨਹੀਂ ਸਕਣਗੇ। ਤਾਂ ਇਹ ਕਿਸ ਹਿਸਾਬ ਨਾਲ, ਕਿਸ ਵਾਸਤੇ ਇਸ ਤਰ੍ਹਾਂ ਦਾ ਤਰਦਦ ਕਰ ਰਹੇ ਆ, ਕੋਈ ਸਮਝ ਨਹੀਂ ਆ ਰਹੀ। ਬਿਲਕੁਲ ਜਿੰਨੇ ਗੁਰਤੇਜ ਸਿੰਘ ਜੀ, ਬੇਰੁਜ਼ਗਾਰਾਂ ਇੱਕ ਇਹਦੇ ਵਿੱਚ ਖਾਸ ਗੱਲ ਇਹ ਹੈ, ਤੁਹਾਡੇ ਗੱਲ ਦੇ ਵਿੱਚ ਹੀ ਮੇਰੇ ਗੱਲ ਧਿਆਨ ਵਿੱਚ ਆ ਰਹੀ ਹੈ ਕਿ ਜੇ ਇਹਨਾਂ ਨੂੰ ਲੇਬਰ ਜਿਹੜੀ ਬੇਰੁਜ਼ਗਾਰ ਬੈਠੇ ਨੇ ਉਹਨਾਂ ਨੂੰ ਇਹ ਲੇਬਰ ਮੁਹੱਈਆ ਨਹੀਂ ਕਰਵਾ ਸਕਦੇ, ਤਾਂ ਇਹ ਲੇਬਰ ਚਾਹੀਦੀ ਕਿਹਦੇ ਲਈ ਹੈ? ਕਾਰਪੋਰੇਟਾਂ ਦੇ ਲਈ ਚਾਹੀਦੀ ਹੈ, ਉਹਨਾਂ ਦੇ ਲਈ ਚਾਹੀਦੀ ਹੈ, ਅਡਾਨੀਆਂ ਅੰਬਾਨੀਆਂ ਦੇ ਲਈ ਚਾਹੀਦੀ ਹੈ? ਫਿਰ ਦੇਖੋ ਅਡਾਨੀ ਅੰਬਾਨੀ ਅੱਜ ਵੀ ਹੈਗੇ ਨਾ ਸੁਖਵਿੰਦਰ ਜੀ, ਉਹ ਜੀ ਫਿਰ ਉਸ ਲੇਬਰ ਨੂੰ ਕਿਉਂ ਨਹੀਂ ਅਬਜ਼ੌਰਬ ਕਰ ਰਹੇ? ਬਿਲਕੁਲ ਅਡਾਨੀ ਅੰਬਾਨੀ ਤਾਂ ਸਿਰਫ ਇਹ ਲੋਕ ਦੇਖੋ, ਅੱਜ ਇੱਕ ਲਿਸਟ ਦੇਖੀ ਸੀ ਮੈਂ ਸੋਸ਼ਲ ਮੀਡੀਆ ਦੇ ਉੱਤੇ, ਕਹਿੰਦੇ ਸੀ ਕਿ ਇੰਨੇ 1000 ਟ੍ਰਿਲੀਅਨ ਪੈਸੇ ਲੈ ਕੇ ਇਹ ਜਿਹੜੇ ਇੰਡਸਟਰੀ ਵਾਲੇ ਹਨਗੇ ਇਹ ਭੱਜ ਗਏ ਨੇ ਇੱਥੋਂ ਹਿੰਦੁਸਤਾਨ ਤੋਂ, ਔਰ ਉਹਨਾਂ ਦੀ ਲਿਸਟ ਦਿੱਤੀ ਹੋਈ ਸੀ 30-35 ਲੋਕਾਂ ਦੀ। ਜੀ ਇਹ ਜੇ ਇਸ ਤਰ੍ਹਾਂ ਕਰ ਸਕਦੇ ਹੈ ਤਾਂ ਇਹਨਾਂ ਨੂੰ ਕੰਮ ਕਰਨ ਦੀ ਕਿਹੜੀ ਲੋੜ ਹੈ? ਇਹ ਤਾਂ ਬਿਲਕੁਲ ਬੈਂਕ ਤੋਂ ਪੈਸੇ ਲੈਂਦੇ ਆ ਤੇ ਆਪਣੀ ਬਿਲਕੁਲ ਜੇਬ 'ਚ ਪਾਏ, ਜਹਾਜ਼ ਚੜ੍ਹ ਕੇ ਚੁੱਪ ਕਰਕੇ ਚਲੇ ਗਏ। ਇਹ ਸਾਰਾ ਬਿਲਕੁਲ ਸਿਲਸਿਲਾ ਹੁਣ ਆਜ਼ਾਦੀ ਤੋਂ ਲੈ ਕੇ ਜਾਂ 1947 ਪਾਰਟੀਸ਼ਨ ਤੋਂ ਲੈ ਕੇ ਹੁਣ ਤੱਕ ਚੱਲਦਾ ਆ ਰਿਹਾ ਹੈ। ਬਿਲਕੁਲ ਇਹ ਹੁਣ ਵੀ ਚੱਲ ਰਿਹਾ ਹੈ। ਇਹਨਾਂ ਦੇ ਜੇ ਫੈਕਟਰੀ ਦੇ ਵਿੱਚ ਇੰਟਰਸਟ ਹੋਏ, ਹੁਣ ਦੇਖੋ ਐਗਰੀਕਲਚਰ ਪ੍ਰਾਈਸ ਕਮਿਸ਼ਨ ਹੈਗੀ, ਉਹ ਪ੍ਰਾਈਸਿਸ ਕਿਵੇਂ ਡਿਟਰਮਿਨ ਕਰਦੀਆਂ? ਇਹ ਆਪਣੇ ਇਹਨਾਂ ਨੇ ਦੱਸਿਆ ਹੋਇਆ ਹੈ, ਸਵਾਮੀਨਾਥਨ ਨੇ ਵੀ, ਇਸ ਤਰ੍ਹਾਂ ਕੀਮਤ ਇਹਨਾਂ ਦੀ ਤੈਅ ਕਰਨੀ ਚਾਹੀਦੀ ਹੈ। ਹੁਣ ਉਸ ਦੇ ਮੁਕਾਬਲੇ ਦੇ ਵਿੱਚ ਦੇਖੋ ਕਿ ਜਿਹੜੀ ਇੰਡਸਟਰੀਅਲ ਕਮਿਸ਼ਨ ਹੈਗੀ, ਜਿਹੜੀ ਉਹਨਾਂ ਦੀਆਂ ਕੀਮਤਾਂ ਤੈਅ ਕਰਦੀ ਹੈ, ਉਹ ਕਿਸ ਹਿਸਾਬ ਨਾਲ ਕਰਦੀ ਹੈ? ਇਹ ਫਰਜ਼ ਕਰੋ ਇਹਨਾਂ ਦੀਆਂ ਫਾਰਮਰ ਦੀ ਪ੍ਰੋਡਕਸ਼ਨ ਦੀ ਕੀਮਤ ਉਸੇ ਤਰੀਕੇ ਨਾਲ ਤੈਅ ਹੋ ਜਾਏ ਤਾਂ ਫਾਰਮਰਸ ਨੂੰ ਕੁਝ ਵੀ ਨਹੀਂ ਚਾਹੀਦਾ। ਇਹ ਲੋਕ ਕੀ ਕਰਦੇ ਆ, ਕਾਸਟ ਆਫ ਪ੍ਰੋਡਕਸ਼ਨ ਫਲਾਨਾ, ਇਹਦੇ ਚ ਰਿਸਰਚ ਵੀ ਹੈ ਉਹ ਐਡ ਕਰਕੇ ਤੇ ਉਸ ਤੋਂ ਬਾਅਦ ਉਹਦੀ ਕੀਮਤ ਕੋਈ, ਹੁਣ ਪਿੱਛੇ ਤੁਸੀਂ ਦਵਾਈਆਂ ਦਾ ਦੇਖਿਆ ਸੀ, ਕਈ ਲੋਕਾਂ ਨੇ ਜਿਹੜੇ ਗੁਰੂ ਨਾਨਕ ਸਟੋਰ ਖੋਲੇ ਦਵਾਈਆਂ ਵੇਚਣ ਵਾਸਤੇ ਮੋਦੀਖਾਨੇ, ਬਿਨਾਂ ਮੁਨਾਫੇ ਤੋਂ, ਘੱਟ ਮੁਨਾਫੇ ਤੋਂ। ਤਾਂ ਸਾਨੂੰ ਪਤਾ ਲੱਗਿਆ ਵੀ ਜਿਹੜੀ ਦਵਾਈ 900 ਰੁਪਏ ਦੀ ਆਉਂਦੀ ਹੈ ਉਹ ਤਾਂ ਸਿਰਫ 90 ਰੁਪਏ ਦਾ ਪੱਤਾ ਹੈ, ਤੇ ਇਹ ਲੋਕ ਉਸ ਨੂੰ 10 ਗੁਣਾ ਕਰਕੇ ਵੇਚਦੇ ਨੇ। ਬਿਲਕੁਲ ਕੀਮਤਾਂ ਇਹ ਲੋਕ ਉੱਥੇ ਫਿਕਸ ਕਰਦੇ ਨੇ। ਆਪਣੀ ਕੀਮਤ ਵੀ ਉਹਨਾਂ ਨੇ ਫਿਕਸ ਕਰਨੀ ਹੈ, ਜੋ ਉਹਨਾਂ ਨੇ ਆਪਣਾ ਪ੍ਰੋਡਿਊਸ ਕਰਨਾ ਹੈ, ਆਪਣੀ ਚੀਜ਼ ਪੈਦਾ ਕਰਨੀ ਹੈ, ਉਸ ਦੀ ਕੀਮਤ ਵੀ ਆ ਫਿਕਸ ਕਰਨੀ ਹੈ, ਔਰ ਜੋ ਦੂਸਰੇ ਕੋਲੋਂ ਖਰੀਦਣੀ ਹੈ ਉਸ ਦੀ ਕੀਮਤ ਵੀ ਆ ਫਿਕਸ ਕਰਨੀ ਹੈ। ਇਹ ਤਾਂ ਇੰਟਰਸਟ ਸਿਰਫ ਚੰਦ ਲੋਕਾਂ ਦਾ ਰਹਿ ਗਿਆ। ਤੇ ਅਸੀਂ ਲੋਕ ਜਿਹੜੇ ਇਹਨਾਂ ਨੂੰ ਵੇਚਾਂਗੇ, ਜਾਂ ਅਸੀਂ ਲੋਕ ਜਿਹੜੇ ਇਹਨਾਂ ਕੋਲੋਂ ਲੈ ਕੇ ਤੇ ਆਟਾ ਖਾਵਾਂਗੇ ਜਾਂ ਦੂਸਰੀਆਂ ਚੀਜ਼ਾਂ ਖਾਵਾਂਗੇ, ਅਸੀਂ ਤਾਂ ਲੁੱਟੇ ਹੀ ਜਾਵਾਂਗੇ ਸਾਰੇ ਪਾਸੇ। ਇਹ ਸਿਰਫ ਕੁਝ ਚੰਦ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਹੈ, ਔਰ ਇਸ ਦੀ ਬੇਸ ਦੇ ਵਿੱਚ ਜਿਹੜਾ ਅਸਲ ਮਕਸਦ ਹੈ ਉਹ ਇਹ ਹੈ ਕਿ ਲੋਕਾਂ ਨੂੰ ਗੁਲਾਮ ਬਣਾਉਣਾ, ਔਰ ਇਲੈਕਸ਼ਨ ਦੇ ਵਿੱਚ ਆਪਣੀ ਮਰਜ਼ੀ ਦੇ ਲੋਕ ਉਹਨਾਂ ਕੋਲੋਂ ਚੁਣਵਾ ਲੈਣਾ, ਤਾਂ ਕਿ ਸਰਕਾਰ ਸਾਡੀ ਸਦਾ ਕਾਇਮ ਰਵੇ। ਇਹੋ ਜਿਹਾ ਕੋਈ ਮਕਸਦ ਲੱਗਦਾ ਇਹਦੇ ਪਿੱਛੇ, ਹੋਰ ਕੁਝ ਨਹੀਂ ਹੈ।
ਇੱਕ ਸਰ ਇੱਕ ਅੰਦੋਲਨ ਦੇ ਵਿਚਾਲੇ ਹੁਣ ਚਰਚਾ ਇਹ ਚੱਲ ਰਹੀ ਹੈ, ਜਿਵੇਂ ਸਰਕਾਰ ਨੇ ਪਹਿਲਾਂ ਕਿਹਾ ਕਿ ਅਸੀਂ ਸਾਲ ਡੇਢ ਦਾ ਸਮਾਂ ਦੇ ਦਿੰਨੇ ਆ ਤੁਹਾਨੂੰ, ਤੇ ਹੁਣ ਇੱਕ ਹੋਰ ਚਰਚਾ ਵੀ ਕਿਸਾਨ ਜਥੇਬੰਦੀਆਂ ਸ਼ਾਇਦ 1-3 ਸਾਲ ਦੀ ਮੰਗ ਕਰ ਲੈਣਗੀਆਂ, ਜਾਂ ਜੋ ਵੀ ਆਲੇ ਦੁਆਲੇ ਜੋ ਵੀ ਇਧਰੋਂ ਉਧਰੋਂ ਖਬਰਾਂ ਆਉਂਦੀਆਂ ਨੇ, ਤੇ ਕਹਿੰਦੇ 2 ਸਾਲ ਤੱਕ ਜਿਹੜਾ ਉਹ ਸ਼ਾਇਦ ਇਹ ਮਤਲਬ ਕਿ ਸਰਕਾਰ ਰਾਜ਼ੀ ਹੋ ਜੇ ਤੇ ਇਹ ਮੰਨ ਲੈਣਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕਿ ਇਸ 2 ਸਾਲ ਦੀ ਰੋਕ ਨੂੰ ਮੰਨਣਾ ਚਾਹੀਦਾ ਕਿ ਖੇਤੀ ਕਾਨੂੰਨ ਰੱਦ ਕਰਵਾਉਣਾ ਹੀ ਇੱਕੋ ਇੱਕ ਹੱਲ ਹੈ ਇਹਦਾ? ਕੋਈ ਵਿਚਲੇ ਰਾਹ ਦੀ ਵੀ ਗੱਲ ਕਰਦੇ ਨੇ, ਲੱਗਦਾ ਕੋਈ ਵਿਚਲਾ ਰਾਹ ਹੈਗਾ ਇਹਦੇ? ਇਹ ਤਾਂ ਕਿਸਾਨ ਜਥੇਬੰਦੀਆਂ ਵੀ ਬਹੁਤ ਸ਼ਿੱਦਤ ਦੇ ਨਾਲ ਇਸ ਨੂੰ ਡਿਸਕਸ ਕਰ ਚੁੱਕੀਆਂ। ਆਪਾਂ ਅਖਬਾਰਾਂ ਵਾਲੇ ਤੇ ਹੋਰ ਟੀਵੀ ਤੇ ਉੱਤੇ ਬੜੇ ਡਿਸਕਸ਼ਨ ਹੋਏ ਆ। ਇਹਦੇ ਵਿੱਚ ਵਿਚਲਾ ਰਾਹ ਕੋਈ ਨਹੀਂ ਹੈ। ਇਹਦੇ ਵਿੱਚ ਤਾਂ ਆਰ ਜਾਂ ਪਾਰ ਵਾਲੀ ਗੱਲ ਹੈ। ਜਾਂ ਤਾਂ ਤੁਸੀਂ ਇਹ ਘੜੇ ਦੇ ਉੱਤੇ ਜਾਂ ਤਾਂ ਖਰਬੂਜੇ ਦੇ ਉੱਤੇ ਚਾਕੂ ਡਿੱਗੇਗਾ ਜਾਂ ਚਾਕੂ ਦੇ ਉੱਤੇ ਖਰਬੂਜਾ ਡਿੱਗੇਗਾ। ਜੇ ਕਾਨੂੰਨ ਰਹਿੰਦੇ ਆ, ਇਹਦੇ ਵਿੱਚ ਕੋਈ ਚਾਰਾ ਨਹੀਂ, ਕਿਸੇ ਪਾਸੇ ਕੋਈ escape ਨਹੀਂ ਹੈ। ਸੋ ਅਸਲ ਤਾਂ ਇਸ ਨੂੰ ਰੱਦ ਕਰਨਾ ਹੀ ਬਣਦਾ ਹੈ। ਤੇ ਜਦੋਂ ਇਹ ਮੰਨ ਚੁੱਕੇ NBS ਦੇ ਵਿੱਚ 14-15 ਸੋਧਾਂ ਕਰਨ ਵਾਲੀਆਂ, ਤਾਂ ਕਾਨੂੰਨ ਲਾਗੂ ਕਰਨ ਦੇ ਕਾਬਿਲ ਹੀ ਨਹੀਂ। ਬਿਲਕੁਲ। ਫਿਰ ਜੇ ਇਹਨਾਂ ਨੇ 2 ਸਾਲ ਬਾਅਦ 3 ਸਾਲ ਬਾਅਦ ਲਾਗੂ ਕਰਨਾ ਹੈ, ਤਾਂ ਉਹ ਤਾਂ ਸਿਰਫ ਇਹੀ ਹੈ ਵੀ ਤੁਹਾਡੀ ਜਿਹੜੀ ਡੈਥ ਸੈਂਟੈਂਸ ਆ ਉਹ ਸਸਪੈਂਡਡ ਹੈ। ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਕਬੂਲ ਕਰ ਲਓ ਕਿ ਤੁਸੀਂ ਗਲ ਦੇ ਵਿੱਚ ਰੱਸਾ ਪਾ ਲਓਗੇ। ਬਿਲਕੁਲ। ਇਹ ਮਨਸ਼ਾ ਹੋਵੇ ਕਿ 3 ਸਾਲਾਂ ਵਾਸਤੇ ਸਸਪੈਂਡ ਕੀਤਾ ਜਾਂਦਾ ਹੈ, ਔਰ ਉਸ ਦੇ ਵਿੱਚ ਸਮੇਂ ਦੇ ਵਿੱਚ ਅਸੀਂ ਕੋਈ ਕਾਨੂੰਨ ਲੋਕਾਂ ਦੀ ਮਰਜ਼ੀ ਦੇ ਨਾਲ ਜੋ ਉਹ ਸਮਝਣਗੇ ਕਿ ਠੀਕ ਹੈ, ਸਾਰਿਆਂ ਦੇ ਨਾਲ ਗੱਲਬਾਤ ਕਰਕੇ ਕੰਸਲਟ ਕਰਕੇ ਉਹ ਜਿਹਾ ਕਾਨੂੰਨ ਲਿਆਵਾਂਗੇ। ਤੇ ਜਿੰਨੀ ਦੇਰ ਤੱਕ ਉਹ ਕਾਨੂੰਨ ਨਹੀਂ ਲਿਆਉਂਦੇ ਉਨੀ ਦੇਰ ਤੱਕ ਇਹ ਕਾਨੂੰਨ ਸਸਪੈਂਡਡ ਰਹੇਗਾ। ਜੇ ਇਸ ਤਰ੍ਹਾਂ ਦੀ ਅਰੇਂਜਮੈਂਟ ਹੋ ਜਾਂਦੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਇਹ ਬਿਹਤਰ ਹੈ ਜੀ, ਇਹਦੇ ਨਾਲੋਂ ਬਿਲਕੁਲ, ਬਜਾਏ ਇਸ ਦੇ ਕਿ 1.5 ਸਾਲ ਵਾਸਤੇ 2 ਸਾਲ ਵਾਸਤੇ ਸਸਪੈਂਡ ਕਰਤਾ ਤੁਸੀਂ, ਉਹ ਫਿਰ ਆ ਕੇ ਫਿਰ ਦੁਬਾਰੇ ਇਸ ਤਰ੍ਹਾਂ ਦੀ ਐਜੀਟੇਸ਼ਨ ਨਹੀਂ ਹੋ ਸਕਦੀ। ਲੇਕਿਨ ਜੇ ਇਹ ਪ੍ਰੋਵੀਜ਼ਨ ਹੋਵੇ ਕਿ ਜੀ ਅਸੀਂ ਉਸ ਦੇ ਵਿੱਚ ਸਾਰਿਆਂ ਨਾਲ ਗੱਲ ਕਰਕੇ ਤੇ ਸਾਂਝਾ ਕਾਨੂੰਨ ਜਿਹੜਾ ਸਭ ਨੂੰ ਮਨਜ਼ੂਰ ਹੋਵੇ ਉਹ ਲਿਆਵਾਂਗੇ, ਤਾਂ ਫਿਰ ਵਾਜਬ ਜਾਪਦਾ ਇਹ ਰਾਹ। ਜੀ ਬਿਲਕੁਲ ਬਿਲਕੁਲ। ਅੱਛਾ ਗੁਰਤੇਜ ਸਿੰਘ ਜੀ, ਹੁਣ ਨੌਜਵਾਨੀ ਦੇ ਰੋਲ ਨੂੰ ਕਿੱਦਾਂ ਦੇਖਦੇ ਹੋ? ਲਗਾਤਾਰ ਇਹ ਸਟੇਜ ਤੋਂ ਵੀ ਹੁਣ ਮੰਗ ਜਿਹੜੀ ਹੈ ਲੋਕ ਕਰਦੇ ਨੇ ਕਿ ਸਟੇਜ ਦੇ ਉੱਤੇ ਨੌਜਵਾਨਾਂ ਨੂੰ ਜਿਹੜੀ ਹੈ ਉਹ ਪਹਿਲ ਦਿੱਤੀ ਜਾਵੇ, ਅਗਲੀ ਕਮੇਟੀਆਂ 'ਤੇ ਜਾਣ ਗੱਲਬਾਤ ਕਰਨ ਲਈ, ਉੱਥੇ ਨੌਜਵਾਨਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾਵੇ। ਕੀ ਕਿਸਾਨ ਜਥੇਬੰਦੀਆਂ ਇੰਨੀਆਂ ਕਾਬਲ ਨਹੀਂ, ਜਾਂ ਫਿਰ ਨੌਜਵਾਨਾਂ ਨੂੰ ਲੈ ਕੇ ਇੰਨਾ ਉਤਸ਼ਾਹ ਕਿਉਂ ਹੈ? ਕਿ ਉਹ ਨੌਜਵਾਨੀ ਜਿਹੜੀ ਹੈ ਉਹ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੇ ਆਲੇ ਦੁਆਲੇ ਘੁੰਮਦੀ ਹੈ? ਹੋਰ ਵੀ ਤਾਂ ਉੱਥੇ ਨੌਜਵਾਨ ਵੈਸੇ ਤਾਂ ਸਹਿਯੋਗ ਦੇ ਹੀ ਰਹੇ ਨੇ, ਪਰ ਇਹ ਇੱਧਰ ਨੂੰ ਕਿਉਂ ਫਿਰਕੀ ਕਮਾਈ ਜਾ ਰਹੀ ਹੈ? ਸੁਖਵਿੰਦਰ ਜੀ, ਗੱਲ ਇਹ ਹੈਗੀ ਕਿ ਜਿਹੜੇ ਤਾਂ ਮੇਰੀ ਵਰਗੀ ਉਮਰ ਦੇ ਹੋ ਗਏ ਬੰਦੇ, ਇਹਨਾਂ ਲੋਕਾਂ ਦੀ ਸਟੇਕ ਤਾਂ ਬਹੁਤ ਘਟ ਗਈ ਇਸ ਸਮੇਂ ਦੇ ਵਿੱਚ, ਕਿਉਂਕਿ ਪਤਾ ਨਹੀਂ ਕਿ ਕਿਹੜੇ ਸਮੇਂ ਸਦਾ ਆ ਜਾਣਾ ਤੇ ਤੁਰ ਜਾਣਾ, ਕੋਈ ਬਹੁਤਾ ਫਿਕਰ ਨਹੀਂ ਹੈ। ਜਿਹੜੇ ਨੌਜਵਾਨ ਹਨਗੇ, ਇਹਨਾਂ ਨੇ ਸਾਰੀ ਜ਼ਿੰਦਗੀ ਇੱਥੇ ਰਹਿਣਾ ਹੈ, ਔਰ ਇਹਨਾਂ ਨੇ ਸਾਰਾ ਕੁਛ ਆਪਣੇ ਹੱਡਾਂ ਦੇ ਉੱਤੇ ਹੰਡਾਉਣਾ ਹੈ ਜੀ। ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਹੈ ਕਿ ਜਿੰਨੀ ਵੀ ਮੁਸ਼ਕਲ ਆਈ ਹੈ ਸਾਰੀ ਨੌਜਵਾਨੀ ਦੇ ਉੱਤੇ ਆਈ ਹੈ। ਤੁਸੀਂ ਚਾਹੇ ਨਕਸਲਬਾੜੀ ਲਹਿਰ ਲੈ ਲਓ, ਉਹ ਵੀ ਸਾਡੇ ਬੱਚੇ ਸਨ, ਉਹ ਵੀ ਨੌਜਵਾਨ ਸੀਗੇ। ਬਾਬਾ ਬੂਝਾ ਸਿੰਘ ਵਰਗੇ ਕੋਈ ਬਜ਼ੁਰਗ ਹੋਣੇ ਆ, ਥੋੜੇ ਬਹੁਤ 80 ਸਾਲਾਂ ਦੇ ਸੀਗੇ ਉਹ, ਤੇ ਉਹਨਾਂ ਦੀ ਗੱਲ ਹੋਰ ਹੈ। ਲੇਕਿਨ ਬਾਕੀ ਦੇ ਸਾਰੇ ਨੌਜਵਾਨ ਹੀ ਸੀ। ਇਹ ਸਦਾ ਨੌਜਵਾਨ ਦੇ ਵਿੱਚ ਹੀ ਅੱਗ ਹੁੰਦੀ ਹੈ ਕਿ ਉਸਨੇ ਸਮਾਜ ਨੂੰ ਬਿਹਤਰ ਬਣਾਉਣਾ ਹੈ ਤੇ ਸਮਾਜ ਨੂੰ ਤਰੱਕੀ ਦੇ ਰਾਹ ਤੇ ਚਲਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਖੁਸ਼ ਰਹਿ ਸਕਣ। ਸੋ ਨੌਜਵਾਨੀ ਦਾ ਇਹਦੇ ਵਿੱਚ ਬੜਾ ਵੱਡਾ ਰੋਲ ਹੈ। ਇਹ ਜਿਹੜਾ ਹੁਣ ਸਾਰਾ ਕੁਝ ਹੋਇਆ ਹੈ, ਇਹ ਲੋਕ ਤਾਂ ਸ਼ੰਭੂ ਬੈਰੀਅਰ ਦੇ ਉੱਤੇ ਹੀ ਬੈਠਣ ਲੱਗੇ ਸੀਗੇ, ਤੇ ਇਹ ਸਾਰੀ ਜਿਹੜਾ ਕੁਝ ਹੋਇਆ ਹੈ, ਇਹ ਨੌਜਵਾਨੀ ਇਹਨਾਂ ਨੂੰ ਇਸ ਮੰਜ਼ਿਲ ਤੱਕ ਲੈ ਕੇ ਗਈ ਹੈ। ਅਫਸੋਸ ਦੀ ਗੱਲ ਇਹ ਹੈ ਕਿ ਨੌਜਵਾਨੀ ਦੇ ਰੋਲ ਨੂੰ ਬਹੁਤਾ ਇਹਨਾਂ ਨੇ ਉਸ ਤਰ੍ਹਾਂ ਰਿਕਗਨਾਈਜ਼ ਨਹੀਂ ਕੀਤਾ ਜਿਸ ਤਰ੍ਹਾਂ ਦੀ ਮਾਨਤਾ ਇਸ ਨੂੰ ਮਿਲਣੀ ਚਾਹੀਦੀ ਸੀ ਜੀ। ਇਹਨਾਂ ਦੀ ਹੁਣ ਨੌਜਵਾਨੀ ਦੀ ਵੀ ਥੋੜੀ ਜਿਹੀ ਗਲਤੀ ਹੈ ਕਿ ਉਹਨਾਂ ਨੂੰ ਇਹਨਾਂ ਦੇ ਨਾਲ ਰਾਬਤਾ ਪੂਰਾ ਰੱਖਣਾ ਚਾਹੀਦਾ ਹੈ, ਔਰ ਇਹਨਾਂ ਦੀ ਹਰ ਗੱਲ ਤਾਂ ਮੰਨਣੀ ਚਾਹੀਦੀ ਹੈ, ਲੇਕਿਨ ਨਾਲ ਦੀ ਨਾਲ ਉਹਨਾਂ ਨੂੰ ਇੱਕ ਸਿਆਸੀ ਜਮਾਤ ਖੜੀ ਕਰਨੀ ਚਾਹੀਦੀ ਹੈ। ਦੇਖੋ, ਇਹ ਜਿਹੜਾ ਝਗੜਾ ਹੈਗਾ ਇਹ ਸਿਰਫ ਵੋਟਾਂ ਦਾ, ਔਰ ਅਖੀਰ ਦੇ ਉੱਤੇ ਸਰਕਾਰ ਸਾਡੀ ਬਣੇਗੀ, ਇਸ ਦਾ ਝਗੜਾ ਹੈ। ਹੁਣ ਜਿੰਨੀਆਂ ਵੀ ਪਾਰਟੀਆਂ ਹਨਗੀਆਂ ਸਾਡੇ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ, ਉਹ ਇੱਕ ਵੀ ਪਾਰਟੀ ਐਸੀ ਨਹੀਂ ਜਿਹਦੀ ਵਾਗਡੋਰ ਕਿਸੇ ਲੋਕਾਂ ਦੇ ਹੱਥ ਹੋਵੇ ਜੀ। ਸਾਰਿਆਂ ਦੀ ਵਾਗਡੋਰ ਆਪਣੇ ਮਾਲਕਾਂ ਦੇ ਹੱਥ ਹੈ।
ਹੁਣ ਜੇ ਬਿਲਕੁਲ ਇੱਕ ਬਿਲਕੁਲ ਆਦਮੀ ਨੇ ਟਿਕਟ ਦੇਣੀ ਹੈ, ਇੱਕ ਆਦਮੀ ਨੇ ਪ੍ਰਧਾਨ ਬਣਾਉਣਾ ਹੈ, ਇੱਕ ਆਦਮੀ ਨੇ ਸਾਰਾ ਕੁਝ ਕਰਨਾ ਹੈ, ਤਾਂ ਉਹ ਆਪਣੇ ਇੰਟਰਸਟ ਦੇ ਵਿੱਚ ਕਰੇਗਾ, ਨਾ ਕਿ ਲੋਕਾਂ ਦੇ ਇੰਟਰਸਟ ਦੇ ਵਿੱਚ। ਸੋ ਇਹਨਾਂ ਬਿਲਕੁਲ ਨੂੰ ਲੋਕਾਂ ਦੇ ਇੰਟਰਸਟ ਦੇ ਵਾਸਤੇ ਇੱਕ ਪਾਰਟੀ ਬਣਾਉਣੀ ਚਾਹੀਦੀ ਹੈ, ਔਰ ਜਿਹੜੇ ਬਜ਼ੁਰਗ ਉੱਥੇ ਨੇਤਾ ਹੋਣਗੇ ਉਹਨਾਂ ਦੀ ਸਹਿਮਤੀ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਤੇ ਇਸ ਤਰ੍ਹਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਕਿ ਬਿਲਕੁਲ ਜੇ ਬਿਲਕੁਲ ਇਨਸਾਫ ਇੱਥੋਂ ਨਾ ਮਿਲੇ ਤਾਂ ਫਿਰ ਅਸੀਂ ਆਪਣੀ ਸਰਕਾਰ ਬਣਾ ਕੇ ਆਪਣੇ ਆਪ ਇਨਸਾਫ ਲਵਾਂਗੇ। ਬਿਲਕੁਲ ਔਰ ਇਹਨਾਂ ਨੂੰ, ਕਿਉਂਕਿ ਇਹ ਸਾਡੇ ਕੋਲ ਇੰਨੀ ਵੱਡੀ ਸ਼ਕਤੀ ਹੈਗੀ, ਹੁਣ ਇਹ ਪ੍ਰਮਾਤਮਾ ਦੀ ਮਿਹਰ ਹੋਈ ਹੈ ਕਿ ਜਾਤਾਂ ਪਾਤਾਂ ਦੇ ਝਗੜੇ ਮਿਟ ਚੁੱਕੇ ਨੇ, ਪ੍ਰਾਂਤਾਂ ਦੇ ਝਗੜੇ ਮਿਟ ਚੁੱਕੇ ਨੇ, ਤੇ ਜੇ ਬਿਲਕੁਲ ਅਸੀਂ ਲੋਕ ਸਾਰੇ ਫਾਰਮਰਸ ਇਕੱਠੇ ਹੋ ਕੇ ਇੱਕ ਫਾਰਮਰਸ ਦੇ ਇੰਟਰਸਟ ਦੀ ਪਾਰਟੀ ਬਣਾਈ ਹੈ, ਜਿਸ ਤਰ੍ਹਾਂ ਇਹਨਾਂ ਨੇ ਪਾਰਟੀ ਬਣਾਈ ਹੈ ਲੁਟੇਰਿਆਂ ਜੀ ਦੇ ਇੰਟਰਸਟ ਦੀ, ਤਾਂ ਅਸੀਂ ਬਿਲਕੁਲ ਫਾਰਮਰ ਦੇ ਇੰਟਰਸਟ ਦੀ ਪਾਰਟੀ ਬਣਾ ਲਈਏ, ਜਿਹੜੇ ਬਿਲਕੁਲ ਇਮਾਨਦਾਰੀ ਨਾਲ ਸਾਡੇ ਸਰੋਕਾਰਾਂ ਨੂੰ ਲਾਗੂ ਕਰਨ, ਤਾਂ ਇਹ ਬਿਲਕੁਲ ਬਹੁਤ ਵੱਡੀ ਗੱਲ ਹੋਵੇਗੀ। ਔਰ ਹਿੰਦੁਸਤਾਨ ਦੇ ਵਿੱਚ ਅਸਲ ਦੇ ਵਿੱਚ ਆਜ਼ਾਦੀ ਜਿਹੜੀ ਹੈਗੀ ਹੁਣ ਆਏਗੀ, ਜੇ ਇਹ ਕਰ ਸਕਦੇ ਨੇ ਤਾਂ। ਇਹਨਾਂ ਬਿਲਕੁਲ ਨੂੰ ਬਿਲਕੁਲ ਹੁਣ ਦੇਖੋ ਯੂਪੀ, ਹਰਿਆਣਾ, ਬਿਹਾਰ ਸਾਰੇ ਇੱਕ ਹੋ ਗਏ ਨੇ। ਜੀ ਜੇ ਅਸੀਂ ਇਸ ਬਿਲਕੁਲ ਤਰ੍ਹਾਂ ਦੀ ਪਾਰਟੀ ਕੇਂਦਰ ਦੇ ਵਿੱਚ ਤੇ ਇੱਥੇ, ਚਲੋ ਕਮ ਸੇ ਕਮ ਇਹਨਾਂ ਸਟੇਟਸ ਦੇ ਵਿੱਚ ਲੈ ਕੇ ਆ ਸਕਦੇ ਹਾਂ, ਤਾਂ ਬਿਲਕੁਲ ਅਸੀਂ ਆਪਣਾ ਪੂਰਾ ਯੋਗਦਾਨ ਪਾ ਸਕਦੇ ਹਾਂ ਮਨੁੱਖਤਾ ਵਾਸਤੇ। ਇਹ ਬਿਲਕੁਲ ਜਿਹੜੇ ਕਾਨੂੰਨ ਹਨਗੇ ਇਹ ਮਨੁੱਖਤਾ ਵਾਸਤੇ ਵੀ ਬਹੁਤ ਘਾਤਕ ਹਨਗੇ। ਬਿਲਕੁਲ ਸਾਰੇ ਜਿੱਥੇ ਜਿੱਥੇ ਲਾਗੂ ਹੋਏ ਨੇ ਉੱਥੇ ਉੱਥੇ ਲੋਕ ਗਰੀਬ ਹੋ ਗਏ ਨੇ। ਮੈਂ ਅਮਰੀਕਾ ਦੇ ਵਿੱਚ ਕਈ ਲੋਕ ਸੜਕਾਂ ਦੇ ਉੱਤੇ ਸੌਂਦੇ ਦੇਖੇ ਨੇ, ਬਹੁਤ ਗਰੀਬ ਹੋ ਰਹੇ ਨੇ ਲੋਕ, ਕਿਉਂਕਿ ਬਿਲਕੁਲ ਬਿਲਕੁਲ ਜੀ ਸਾਰਾ ਪ੍ਰੋਫਿਟ, ਸਾਰੇ ਪੈਸੇ, ਜਿਵੇਂ ਉਹ ਟਕੈਤ ਜੀ ਕਹਿ ਰਹੇ ਨੇ ਕਿ ਇਹ ਤਿਜੋਰੀਆਂ ਦੇ ਵਿੱਚ ਖਾਣਾ ਬੰਦ ਹੋ ਰਿਹਾ, ਬਿਲਕੁਲ ਜੀ ਅਮੀਰ ਬਿਲਕੁਲ ਲੋਕਾਂ ਦੀਆਂ ਤਿਜੋਰੀਆਂ ਦੇ ਵਿੱਚ, ਤਾਂ ਉਹ ਮਨ ਆਇਆ ਪ੍ਰੋਫਿਟ ਲੈਂਦੇ ਨੇ, ਤੇ ਜਿਹੜਾ ਗਰੀਬ ਖਰੀਦ ਨਹੀਂ ਸਕਦਾ। ਕਈ ਮੌਤਾਂ ਹੋ ਰਹੀਆਂ ਹਨ, ਕਈ ਅਮਰੀਕਾ ਦੇ ਵਿੱਚ ਵੀ ਫਾਹਾ ਲੈ ਕੇ ਲੋਕ ਮਰ ਰਹੇ ਨੇ, ਜਰਮਨੀ ਦੇ ਵਿੱਚ ਇਹ ਪ੍ਰੋਬਲਮ ਹੈ। ਉਹਨਾਂ ਨੇ ਹੁਣੇ ਹੀ ਰੈਕਗਨਾਈਜ਼ ਕੀਤਾ ਔਰ ਧੰਨਵਾਦ ਵੀ ਕੀਤਾ ਪੰਜਾਬ ਦੇ ਕਿਸਾਨਾਂ ਦਾ ਕਿ ਤੁਸੀਂ ਸਾਨੂੰ ਲੀਡ ਕਰ ਰਹੇ ਹੋ। ਬਿਲਕੁਲ ਕੰਨਿਆ ਕੁਮਾਰੀ ਤੱਕ ਇਹਨਾਂ ਲੋਕਾਂ ਨੇ ਕਿਹਾ ਕਿ ਜੀ ਪੰਜਾਬ ਦੇ ਲੋਕ ਸਾਨੂੰ ਲੀਡ ਕਰ ਰਹੇ ਆ। ਤਾਂ ਇਹ ਜਿਹੜੀ ਲੀਡ ਹੈ ਬਿਲਕੁਲ ਇਹ ਸਾਡਾ ਕਰਨਾ ਬਣਦਾ ਸੀ, ਤੇ ਇਹ ਠੀਕ ਰਾਹ ਦੇ ਉੱਤੇ ਹੈ। ਹੁਣ ਅਸੀਂ ਆਪਦੀ ਪਾਰਟੀ ਬਣਾਉਣ ਵੱਲ ਧਿਆਨ ਦੇਈਏ, ਔਰ ਨੌਜਵਾਨ ਇਸ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ, ਕਿਉਂਕਿ ਉਹ ਤਾਂ ਬਜ਼ੁਰਗ ਦਾ ਜਿਹੜੇ ਹੈਗੇ ਉੱਤੇ ਰੁੱਝੇ ਹੋਏ ਆ। ਬਿਲਕੁਲ ਉਹਨਾਂ ਨੂੰ ਬਿਲਕੁਲ ਪਲ ਪਲ ਦੇ ਵਿੱਚ ਪਲ ਪਲ ਦੀ ਖਬਰ ਰੱਖਣੀ ਪੈਂਦੀ ਹੈ, ਪਲ ਪਲ ਉਹਨਾਂ ਨੂੰ ਉੱਥੇ ਡਿਸਪਲਿਨ ਕਾਇਮ ਰੱਖਣੀ ਪੈਂਦੀ ਹੈ, ਔਰ ਫਿਰ ਸਾਰੇ ਇੰਤਜ਼ਾਮਾਤ ਕਰਨੇ ਹੁੰਦੇ ਨੇ। ਆਪਸ ਦੇ ਵਿੱਚ ਇਹਨਾਂ ਦਾ ਦੁਫੇੜ ਨਾ ਹੋਵੇ, ਇੱਕ ਦੂਸਰੇ ਨਾਲ ਰਲ ਮਿਲ ਕੇ ਕਰਨ, ਲੇਕਿਨ ਉਹ ਆ ਕੇ ਪਿੰਡਾਂ ਦੇ ਵਿੱਚ ਹੁਣ ਆਪਣੇ ਲੋਕਾਂ ਨੂੰ ਜਾਗਰੂਕ ਕਰਕੇ ਇਹ ਕਹਿਣ ਕਿ ਸਾਨੂੰ ਨਿਆਂ ਨਹੀਂ ਮਿਲਣ ਦੀ ਸੰਭਾਵਨਾ, ਅਸੀਂ ਆਪਣੇ ਆਪ ਨਾਲ ਨਿਆਂ ਲਵਾਂਗੇ, ਔਰ ਆਹ ਤਰੀਕਾ ਜਿਸ ਦੇ ਨਾਲ ਲਵਾਂਗੇ। ਇਹ ਬਿਲਕੁਲ ਹੁਣ ਬਿਲਕੁਲ ਨੂੰ ਕਰਨ ਦੀ ਲੋੜ ਹੈ ਜੀ ਨੌਜਵਾਨਾਂ ਨੂੰ। ਬਿਲਕੁਲ ਬਿਲਕੁਲ। ਅੱਛਾ ਗੁਰਤੇਜ ਸਿੰਘ ਜੀ, ਆਖਰੀ ਸਵਾਲ ਹੈ ਮੇਰਾ, ਜਿਵੇਂ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਹਾਲਾਂਕਿ ਬਹੁਤਿਆਂ ਦੀ ਜ਼ਮਾਨਤ ਜਿਹੜੀ ਹੈ ਉਹ ਕਰਵਾ ਲਈ ਗਈ ਹੈ, ਤੇ ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਇਹ ਸੀਨ ਜਿਹੜਾ ਆ? ਕਿਉਂਕਿ ਨਜ਼ਰ ਇੱਧਰ ਵੀ ਆ, ਵੱਡੀਆਂ ਰੈਲੀਆਂ ਜਿਹੜੀਆਂ ਨੇ ਉਹ ਇਹਨੂੰ ਵੀ ਕੇਂਦਰ ਬਿੰਦੂ 'ਚ ਰੱਖਿਆ ਜਾ ਰਿਹਾ ਕਿ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਉਹਦੇ ਲਈ ਇੱਕ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਆਪਣੇ ਹੱਕਾਂ ਦੀ ਆਵਾਜ਼ ਚੱਕ ਕੇ ਉਹ ਉੱਥੇ ਗਏ ਸੀਗੇ, ਤੇ ਕਈਆਂ ਨੂੰ ਤਾਂ ਲਾਪਤਾ ਹੀ ਕਰ ਦਿੱਤਾ, ਹਾਲੇ ਤੱਕ ਬਹੁਤਿਆਂ ਦਾ ਪਤਾ ਵੀ ਨਹੀਂ ਲੱਗਿਆ। ਦੇਖੋ 15-16 ਲੋਕ ਤਾਂ ਅਜੇ ਤੱਕ ਮਿਲੇ ਨਹੀਂ ਹਨ। ਜਿਹੜੇ ਉਹਨਾਂ ਦੇ ਵਿੱਚੋਂ ਕੁਝ ਲੋਕ ਜਿਹੜੇ ਲਾਪਤਾ ਸਨ, ਉਹਨਾਂ ਦੇ ਵਿੱਚੋਂ ਜਦੋਂ ਡਿਸਕਵਰ ਹੋਏ ਤਾਂ ਇੱਕ ਬਲਵਿੰਦਰ ਸਿੰਘ ਦੀ ਬੋਡੀ ਡਿਸਕਵਰ ਹੋਈ ਹੈ, ਤਾਂ ਉਹਨੂੰ ਕਿਹਾ ਗਿਆ ਕਿ ਜੀ ਇਹ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀ। ਲੇਕਿਨ ਐਕਸੀਡੈਂਟ ਦੇ ਵਿੱਚ ਮਰੇ ਦੀ ਤਾਂ ਪਹਿਲਾਂ ਵੀ ਖਬਰ ਆ ਸਕਦੀ ਸੀ, ਸਾਰਾ ਕੁਝ ਪਤਾ ਲੱਗ ਸਕਦਾ ਸੀ। ਐਕਸੀਡੈਂਟ ਕਦੋਂ ਹੋਇਆ, ਕਿੱਥੇ ਹੋਇਆ, ਕੋਈ ਐਕਸਪਲੇਨੇਸ਼ਨ ਨਹੀਂ। ਜਿਹੜੇ ਜਿੰਨੇ ਵੀ ਵੀਡੀਓਜ਼ ਮੈਂ ਦੇਖੇ ਨੇ, ਮੈਂ 8-7 ਵੀਡੀਓਜ਼ ਦੇਖੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਡਿਸਟਰਬਿੰਗ ਹਨਗੇ, ਜਿਨ੍ਹਾਂ ਦੇ ਵਿੱਚ ਇੱਕ ਆਦਮੀ ਦੇ ਮੈਂ ਦੇਖਿਆ ਕਿ ਖੱਬੇ ਪਾਸਿਓਂ ਜਵਾੜੇ ਦੇ ਹੇਠ ਗੋਲੀ ਵੱਜੀ ਹੋਈ ਹੈ, ਕੰਨ ਦੇ ਕੋਲੇ ਨਿਕਲੀ ਹੋਈ ਹੈ। ਇਹ ਕਹਿੰਦੇ ਅਸੀਂ ਗੋਲੀ ਚਲਾਈ ਕੋਈ ਨਹੀਂ। ਨਵਰੀਤ ਸਿੰਘ ਸ਼ਹੀਦ ਹੋ ਗਿਆ, ਕਿੰਨਾ ਹੋਣਹਾਰ ਬੱਚਾ ਸੀ, ਔਰ ਉਹ ਮਾਪਿਆਂ ਦਾ ਇੱਕੋ ਇੱਕ ਪੁੱਤ ਸੀਗਾ, ਉਹ ਸ਼ਹੀਦ ਹੋ ਗਿਆ। ਇਹਨਾਂ ਲੋਕਾਂ ਨੇ ਇੱਕ ਚੱਕਰਵਿਊਹ ਬਣਾਇਆ ਸੀ। ਇਹ ਚੱਕਰਵਿਊਹ ਬਣਾਉਣ ਵਾਸਤੇ ਬਹੁਤ ਮਸ਼ਹੂਰ ਹਨਗੇ, ਤੁਸੀਂ ਉਹ ਮਹਾਭਾਰਤ ਦੇ ਵਿੱਚ ਦੇਖਿਆ ਹੋਣਾ। ਚੱਕਰਵਿਊਹ ਬਣਾਉਂਦੇ ਨੇ ਇਹ ਵੱਡੇ ਵੱਡੇ ਮਹਾਰਥੀ, ਜਿਨ੍ਹਾਂ ਨੇ ਦਰੋਣਾਚਾਰੀਆ ਤੇ ਕਿਰਪਾਚਾਰੀਆ ਤੇ ਬਜ਼ੁਰਗ ਸਾਰੇ ਜਿਹੜੇ ਦਾਦੇ ਪੜਦਾਦੇ ਦੀ ਉਮਰ ਦੇ ਹਨਗੇ, ਉਹ ਚੱਕਰਵਿਊਹ ਬਣਾਉਂਦੇ ਨੇ ਤਾਂ ਬੱਚਿਆਂ ਨੂੰ ਮਾਰਨ ਵਾਸਤੇ ਬਣਾਉਂਦੇ ਆ।
ਅਭਮਨਿਊ 16 ਸਾਲ ਦਾ ਸੀ ਜਿਹਨੂੰ ਇਹਨਾਂ ਨੇ ਘੇਰ ਕੇ ਬਿਲਕੁਲ। ਉੱਥੇ ਮਾਰਿਆ ਸੀ। ਤਾਂ ਬਿਲਕੁਲ ਇਸ ਤਰ੍ਹਾਂ ਨਾਲ ਇਹ ਪੰਜਾਬ ਦੇ ਬੱਚਿਆਂ ਨੂੰ ਘੇਰਿਆ ਗਿਆ ਹੈ ਔਰ ਇਸ ਤਰ੍ਹਾਂ ਇਹਨਾਂ ਦੇ ਉੱਤੇ ਇਹ ਹਮਲੇ ਹੋਏ ਨੇ। ਮੈਂ ਇੱਕ ਵੀਡੀਓ ਬਿਲਕੁਲ। ਦੇਖੀ ਹੈ ਜਿਸ ਦੇ ਵਿੱਚ ਉਸ ਦੇ ਪੱਟ ਦੇ ਵਿੱਚ ਜਾਂ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ, ਖੂਨ ਵਗ ਬਿਲਕੁਲ। ਰਿਹਾ ਹੈ। ਮੈਂ ਇੱਕ ਵੀਡੀਓ ਦੇਖੀ ਹੈ ਜਿਸ ਦੇ ਵਿੱਚ ਟਰੈਕਟਰ ਜਾ ਰਿਹਾ ਨਾਰਮਲ ਕੋਰਸ ਦੇ ਵਿੱਚ ਔਰ ਪਿੱਛੋਂ ਥੋੜੀ ਕੋਈ 30-40 ਗਜ ਤੋਂ ਪੁਲਿਸ ਵਾਲੇ ਉਹਦੇ ਉੱਤੇ ਉਹ ਜਿਹੜਾ ਅਥਰੂ ਗੈਸ ਜੀ ਬੜਾ ਭਾਰਾ ਜਿਹਾ ਕਾਰਟ੍ਰਿਜ ਹੁੰਦਾ ਉਹ ਫਾਇਰ ਕਰ ਰਹੇ ਹੈ ਜਾਂਦੇ ਜੀ। ਟਰੈਕਟਰ ਦੇ ਉੱਤੇ। ਨਾ ਉਸਨੇ ਕੋਈ offense ਕੀਤੀ, ਨਾ ਕੋਈ ਉਸਦਾ ਨੁਕਸਾਨ ਕੀਤਾ ਬਿਲਕੁਲ। ਕਿਸੇ ਦਾ। ਉਹ ਮਾਰਚ ਦੇ ਵਿੱਚ ਪਾਰਟ ਲੈ ਰਿਹਾ, ਉੱਥੇ ਖੜੇ ਹੈ ਤੇ ਉਹਦੇ ਉੱਤੇ ਫਾਇਰ ਕਰ ਰਹੇ ਹੈ। ਸੋ ਜੀ। ਇਹਨਾਂ ਨੇ ਇਹ ਚੱਕਰ ਵੀ ਬਣਾਇਆ ਸੀਗਾ ਕਿ ਇਧਰੋਂ ਇਹਨਾਂ ਨੂੰ ਮੋੜ ਕੇ ਤੇ ਲਾਲ ਕਿਲੇ ਵੱਲ ਲੈ ਜਾਓ ਤੇ ਉਸ ਜੀ। ਦੇ ਵਿੱਚ ਸਾਰਿਆਂ ਨੂੰ ਫਸਾ ਲਓ। ਇਹ ਬਿਲਕੁਲ। ਹੁਣ ਇਸ ਚੱਕਰ ਵੀ ਉਹਦੇ ਵਿੱਚ ਫਸੇ ਹੋਏ ਨੇ। ਕਿਸਾਨਾਂ ਨੇ ਪਹਿਲੇ ਦਿਨ ਬੜੀ ਗਲਤੀ ਕੀਤੀ ਜਿਹੜਾ ਕਿ ਉਹਨਾਂ ਨੇ ਡਿਸਓਨ ਕਰਤਾ ਇਹਨਾਂ ਲੋਕਾਂ ਨੂੰ। ਉਹਨਾਂ ਨੂੰ ਡਿਸਓਨ ਨਹੀਂ ਸੀ ਕਰਨਾ ਚਾਹੀਦਾ। ਦੇਖੋ ਇਹ ਜੇ ਫਰਜ਼ ਕਰੋ ਚੱਕਰਵਿਊ ਇਹ ਨਾ ਵੀ ਬਣਾਉਂਦੇ ਤਾਂ ਵੀ ਕੀ ਹੁੰਦਾ ਹੈ ਕਿ ਇਹ ਕੋਈ ਬਿਲਕੁਲ। ਈਵਨਿੰਗ ਵਾਕ ਤਾਂ ਹੈ ਨਹੀਂ ਵੀ ਐਸੇ ਸੜਕ ਦੇ ਉੱਤੇ ਜਾਂ ਐਸੇ ਪਾਰਕ ਦੇ ਵਿੱਚ ਕਰਨੀ ਹੈ। ਇਹ ਬਿਲਕੁਲ। ਲੋਕ ਜਿਸ ਵੇਲੇ ਲੋਕ ਉੱਠ ਕੇ ਤੁਰਦੇ ਨੇ ਤਾਂ ਉਹਨਾਂ ਦੇ ਵਿੱਚ ਆਪਣੀ ਜਾਨ ਹੁੰਦੀ ਆ। ਉਹ ਆਪਣੇ ਹਿਸਾਬ ਦੇ ਨਾਲ ਜਿੱਧਰ ਨੂੰ ਦਰਿਆ ਵਾਂਗੂ ਵਗ ਪਏ। ਬਿਲਕੁਲ ਜੀ। ਮੈਂ ਉਹ ਐਗਜ਼ਾਮਪਲ ਦਿੱਤਾ ਕਈ ਵਾਰੀ ਉਹਦਾ ਫ੍ਰੈਂਚ ਰੈਵੋਲੂਸ਼ਨ ਜੀ। ਨਹੀਂ ਸੀ ਹੋਣੀ। ਜੀ ਉਹ ਲੋਕ ਗਏ ਕੁਈਨ ਦੇ ਕੋਲੋਂ, ਰਾਜੇ ਦੇ ਕੋਲੋਂ ਵਰਸਾਈ ਪੈਲੇਸ ਦੇ ਵਿੱਚ ਉਸ ਤੇ ਡੈਮੋਨਸਟ੍ਰੇਸ਼ਨ ਕਰਨ ਕਿ ਸਾਨੂੰ ਰੋਟੀ ਜੀ। ਦਿਓ। ਉਹ ਕੋਈ ਗੱਲ ਨਾ ਬਣੀ ਤਾਂ ਉਹਨ ਕਿਸੇ ਨੇ ਵਿੱਚੋਂ ਕਹਿਤਾ ਕਿ ਚਲੋ ਬਾਸਤੀਲ ਚਲੋ। ਬਾਸਤੀਲ ਉੱਥੇ ਜੇਲ੍ਹ ਸੀ ਇੱਕ ਜਿਹਦੇ ਵਿੱਚ ਪੋਲੀਟੀਕਲ ਪ੍ਰਿਜ਼ਨਰ ਰੱਖੇ ਜਾਂਦੇ ਸੀਗੇ, ਸਿਆਸੀ ਕੈਦੀ ਹੁੰਦੇ ਸੀਗੇ। ਉਹਨਾਂ ਨੇ ਜੀ। ਜਾ ਕੇ ਬਾਸਤੀਲ ਦੇ ਉੱਤੇ ਹਮਲਾ ਕਰਤਾ ਤੇ ਉਸ ਨੂੰ ਤੋੜ-ਫੋੜ ਕਰਕੇ ਤੇ ਉਹ ਸਾਰੇ ਕੈਦੀਆਂ ਨੂੰ ਕੱਢ ਲਿਆ। ਫ੍ਰੈਂਚ ਰੈਵੋਲੂਸ਼ਨ ਸ਼ੁਰੂ ਹੋ ਗਈ। ਸੋ ਇਹ ਬਿਲਕੁਲ। ਜਿਹੜੀਆਂ ਹੁੰਦੇ ਆ ਇਸ ਤਰ੍ਹਾਂ ਦੇ ਮਸਲੇ, ਇਹਨਾਂ ਦੇ ਵਿੱਚ ਕਰਾਊਡ ਨੂੰ ਇਸ ਤਰ੍ਹਾਂ ਨਹੀਂ ਤੁਸੀਂ ਕੰਟਰੋਲ ਕਰ ਸਕਦੇ। ਲੇਕਿਨ ਸਾਨੂੰ ਦਾਦ ਦੇਣੀ ਚਾਹੀਦੀ ਸੀ ਉਹਨਾਂ ਲੋਕਾਂ ਦੀ ਜਿਹੜੇ ਉੱਥੇ ਗਏ ਲੇਕਿਨ ਉਹਨਾਂ ਨੇ ਕੋਈ ਪਾਬੰਦੀ ਨਹੀਂ ਕੀਤੀ। ਜੋ ਕੁਝ ਬਿਲਕੁਲ। ਕੀਤਾ ਇਹਨਾਂ ਲੋਕਾਂ ਦੇ ਇਹਨਾਂ ਦੇ ਗੁੰਡਿਆਂ ਨੇ ਕੀਤਾ ਜਿਹੜੇ ਕਿ ਉੱਥੇ ਸਾਬਤ ਪਹਿਲਾਂ ਹੀ ਕੀਤੇ ਹੋਣੇ ਆ। ਇਹਨਾਂ ਬਿਲਕੁਲ। ਦੀ ਬਿਲਕੁਲ। ਪੁਲਿਸ ਨੇ ਕੀਤਾ ਹੈ, ਜਿਨ੍ਹਾਂ ਨੇ ਡਾਂਗਾ ਮਾਰੀਆਂ, ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨਵਨੀਤ ਵਰਗਿਆਂ ਨੂੰ, ਜਿਨ੍ਹਾਂ ਬਿਲਕੁਲ। ਨੇ ਲਾਲ ਕਿਲੇ ਦੀ ਫਸੀਲ ਤੋਂ ਗੋਲੀਆਂ ਚਲਦੀਆਂ ਮੈਂ ਦੇਖੀਆਂ ਹਨ। 4-5 ਗੋਲੀਆਂ ਦੀ ਆਵਾਜ਼ ਮੈਂ ਸੁਣੀ ਹੈ ਇਹ ਵੀਡੀਓ ਦੇ ਵਿੱਚ ਕਿਸੇ ਦੇ ਵਿੱਚ। ਤਾਂ ਇਸ ਤਰ੍ਹਾਂ ਦੇ ਜਿਹੜੀ ਤੋੜ-ਫੋੜ ਹੋਈ ਹੈ ਕਹਿੰਦੇ ਉਸ ਦਾ ਕੋਈ ਵੇਰਵਾ ਨਹੀਂ ਵੀ ਕਿਹਨੇ ਕੀਤੀ ਆ ਔਰ ਨਾ ਹੀ ਉਸ ਦਾ ਬਿਲਕੁਲ ਕੋਈ ਜੀ। ਤੋੜ-ਫੋੜ ਦਾ ਕੋਈ ਰਿਕਾਰਡ ਇਹਨਾਂ ਨੇ ਵੀਡੀਓ ਦਿਖਾਇਆ ਹੈ। ਤਾਂ ਬਿਲਕੁਲ। ਸਾਰਾ ਵੀ ਇਹਨਾਂ ਨੇ ਆਪ ਕਰਵਾਈ ਹੈ। ਜਿਹੜਾ ਇਹ ਕਹਿੰਦੇ ਆ ਜੀ ਪੁਲਿਸ ਵਾਲਿਆਂ ਨੇ ਹੁਣ ਪੁਲਿਸ ਵਾਲੇ ਆਪਣੇ ਆਪ ਖਾਈ ਦੇ ਵਿੱਚ ਉਹ ਜਿਹੜੀ ਮੋਟ ਹੈਗੀ ਲਾਲ ਕਿਲੇ ਦੀ ਉਹਦੇ ਵਿੱਚ ਛਾਲਾਂ ਮਾਰ ਰਹੇ ਆ। ਤਾਂ ਜੀ ਜੀ। ਉਹਦੇ ਵਾਸਤੇ ਦੂਸਰੇ ਕਿਉਂ ਰਿਸਪੌਂਸਿਬਲ ਹੈ? ਦੂਸਰਿਆਂ ਨੇ ਕੀ ਕੀਤਾ? ਜਾਂ ਤਾਂ ਕੋਈ ਹੋਵੇ ਨਾ ਡਾਂਗ ਮਾਰਦਾ, ਗੋਲੀ ਮਾਰਦਾ, ਲਾਠੀ ਮਾਰਦਾ, ਉਹਨਾਂ ਨੂੰ ਧੱਕਾ ਦਿੰਦਾ ਦਿਖਾਇਆ ਹੋਵੇ ਤਾਂ ਗੱਲ ਹੋਵੇ। ਉਹ ਕੁਝ ਵੀ ਨਹੀਂ ਹੈ। ਤੋ ਆਪਣੇ ਆਪ ਹੀ ਇਹ ਤਾਂ ਆਪੇ ਮੈਂ ਮੱਥਾ ਟੇਕ ਰੱਜੀ ਪੁੱਜੀ। ਬੁੱਢ ਸੁਹਾਗਣ ਇਹ ਗੱਲ ਹੋ ਗਈ ਇਹਨਾਂ ਦੀ। ਤਾਂ ਆਪੇ ਇਹਨਾਂ ਨੇ ਬਿਲਕੁਲ। ਸਾਰਾ ਕੁਝ ਇੱਕ ਚੱਕਰ ਵੀ ਬਣਾਇਆ ਸੀ। ਉਸ ਦੇ ਵਿੱਚ ਬੱਚੇ ਫਸ ਗਏ ਨੇ। ਉਸ ਦੇ ਵਿੱਚੋਂ ਇਹਨਾਂ ਨੌਜਵਾਨਾਂ ਜੀ। ਨੂੰ ਤੇ ਬਜ਼ੁਰਗ ਵੀ ਸਨ, ਕਈ ਤਾਂ ਹੁਣ 80 ਸਾਲ ਦੇ ਜੀ ਜੀ। ਬਜ਼ੁਰਗ ਵੀ ਫੜੇ ਨੇ ਬਿਲਕੁਲ ਬਿਲਕੁਲ ਬਿਲਕੁਲ। ਔਰ ਇਹ ਉਹਨਾਂ ਨੂੰ ਉਸ ਦੇ ਵਿੱਚ ਪਾਈ ਜਾਂਦੇ ਨੇ। ਇਹਨਾਂ ਨੂੰ ਇਹ ਜਿਹੜੀ ਸਾਰੀ ਲੀਡਰਸ਼ਿਪ ਹੈ ਇਸ ਨੂੰ ਡਿਫਾਈ ਕਰਨਾ ਪਏਗਾ ਔਰ ਦੱਸਣਾ ਪਏਗਾ ਕਿ ਤੁਸੀਂ ਇਹ ਬੇਈਮਾਨੀ ਕਰ ਰਹੇ ਹੋ। ਜਿੰਨੀ ਦੇਰ ਤੱਕ ਇਹਨਾਂ ਨੂੰ ਸਿੱਧਾ ਇਸ ਤਰ੍ਹਾਂ ਕਨਫਰੰਟ ਨਹੀਂ ਕਰਦੇ ਉਨੀ ਦੇਰ ਤੱਕ ਇਹ ਗੇਮ ਚੱਲਦੀ ਰਹੇਗੀ ਔਰ ਸਾਰਿਆਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਕੇ ਰੱਖਣਗੇ। ਪੰਜਾਬ ਨੂੰ ਵੀ ਤੇ ਜਿਹੜਾ ਬਿਲਕੁਲ। ਇਹ ਅਮਨ ਪੂਰਵਕ ਸਾਰਾ ਚੱਲ ਰਿਹਾ ਹੈ ਮੁਜ਼ਾਹਰਾ, ਇਸ ਨੂੰ ਵੀ ਇਹ ਭੰਬਲ ਭੂਸੇ 'ਚ ਪਾ ਕੇ ਰੱਖਣਗੇ। ਇਸ ਚੋਂ ਨਿਕਲਣ ਵਾਸਤੇ ਉਹਨਾਂ ਨੂੰ ਓਨ ਅਪ ਕਰਨਾ ਜ਼ਰੂਰੀ ਹੈ ਔਰ ਉਹਨਾਂ ਦੀ ਰੱਖਿਆ ਕਰਨੀ ਜ਼ਰੂਰੀ ਹੈ। ਜੀ ਸ਼ੁਕਰੀਆ ਸਰ ਸਾਨੂੰ ਸਮਾਂ ਦੇਣ ਦੇ ਲਈ। ਯੂ ਆਰ ਵੈਲਕਮ ਜੀ। ਸੋ ਸਾਡੇ ਨਾਲ ਮੌਜੂਦ ਸਨ ਸਾਬਕਾ ਆਈਏਐਸ ਸਰਦਾਰ ਗੁਰਤੇਜ ਸਿੰਘ। ਜਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਸਰਕਾਰ ਨੇ ਜਿਹੜਾ ਨਵਾਂ ਫੈਸਲਾ ਲਿਆ, ਕੇਂਦਰ ਨੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੀ ਰਕਮ ਆਏਗੀ, ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਭਾਵ ਹੋਣਗੇ। ਦੂਜੀ ਗੱਲ ਇਹ ਵੱਡੀ ਗੱਲ ਇਹਦੇ ਵਿੱਚੋਂ ਨਿਕਲ ਕੇ ਜਿਵੇਂ ਇਹਨਾਂ ਨੇ ਕਿਹਾ ਕਿ ਸਿਆਸੀ ਬਦਲ ਹੋਣਾ ਜ਼ਰੂਰੀ ਹੈ, ਲਾਜ਼ਮੀ ਹੈ, ਤਾਂ ਕਿ ਜੇ ਤੁਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਹੈ ਤਾਂ ਤੁਹਾਨੂੰ ਸਿਆਸੀ ਤੌਰ 'ਤੇ ਵੀ ਮਜ਼ਬੂਤ ਹੋਣਾ ਪਏਗਾ। ਬਸ਼ਰਤੇ ਇਸ ਦੇ ਕਿ ਤੁਸੀਂ ਜਾ ਕੇ ਹੁਣ ਜਿਹੜੇ ਮੌਕੇ 'ਤੇ ਲੀਡਰ ਨੇ ਉਹਨਾਂ ਦੇ ਤਰਲੇ ਕੱਢੋ ਤੇ ਉਹ ਬਾਅਦ ਵਿੱਚ ਅੱਖਾਂ ਕੱਢਦੇ ਨੇ। ਤੁਸੀਂ ਦੇਖਿਆ
ਤਸਵੀਰਾਂ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਨੇ ਕਿਵੇਂ ਕਿਸਾਨਾਂ ਦੇ ਨਾਲ ਬਦਕਲਾਮੀ ਕੀਤੀ ਜਾਂਦੀ ਹੈ। ਮਸਲਾ ਇਹ ਆ ਕਿ ਇਸ ਸਮੇਂ ਦੇ ਦੌਰਾਨ ਨੌਜਵਾਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਲੋੜ ਹੈ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਹੈ ਹੀ ਨਹੀਂ। ਜੇ ਸਰਕਾਰ ਕੋਈ ਬਦਲ ਦੱਸਦੀ ਹੈ ਤਾਂ ਉਹ ਬਦਲ ਵੀ ਮਾਰੂ ਕਿਤੇ ਨਾ ਕਿਤੇ ਸਾਬਤ ਹੋ ਸਕਦਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।